जुगो जुग अटल चवर छत्र तखत दे मालक, राजान राज भानान भान, देवान देव उपमा महान। कोट ब्रह्मंडा दे मालक जागदी जोत, जाहर जहूर हाजर हजूर, सर्ब कला भरपूर जगत गुरु। धन धन सतगुरु श्री गुरु ग्रंथ साहिब महाराज जी दी साज निवाजी गुरु रूप गुरु प्यारी साध संगत जियो। तही प्रकाश हमारा भयो, पटना शहर पिखै भव लयो। हम एह काज जगत मोह आए, धर्म हेत गुरुदेव पठाए। जहाँ तहाँ तुम धर्म बिथारो, दुष्ट दोखियन पकर पछारो। याहे काज धरा हम जन्मंग, समझ ले हो साधु सब मन मंग। धर्म चलावन संत उबारन, दुष्ट सबन को मूल उपाड़न। धन धन कलगीधर पिता बल प्रीतम, अमृत के दाते सुरबंस सुदानी। कादरे हरकार गुरु गोबिंद सिंह, बेकसारा यार गुरु गोबिंद सिंह। रूह दर हर जिसम गुरु गोबिंद सिंह, नूर दर हर चशम गुरु गोबिंद सिंह। ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਵਿਖੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਗੁਰਵਿਰਿੰਦਰ ਸਿੰਘ ਜੀ ਉਹਨਾਂ ਦੀ ਆਗਿਆ ਨੂੰ ਪਾ ਕਰਕੇ ਇਸ ਪਾਵਨ ਅਸਥਾਨ ਤੇ ਬਾਣੀ ਭਾਈ ਗੁਰਦਾਸ ਜੀ ਕੀ ਕਬਿਤ ਸਵਈਆਂ ਦੀ ਵਿਚਾਰ ਪ੍ਰਾਰੰਭ ਹੈ। ਸਤਿਗੁਰੂ ਮਹਾਰਾਜ ਜੀ ਦੀ ਅਤਿਅੰਤ ਕਿਰਪਾ ਦਾ ਸਦਕਾ 104 ਕਬਿਤ ਹੁਣ ਤੱਕ ਆਪ ਜੀਆਂ ਨੇ ਇਹਨਾਂ ਦੀ ਵਿਚਾਰ ਜਿਹੜੀ ਹੈ ਉਹ ਸਰਵਣ ਕਰ ਚੁੱਕੇ ਹੋ। ਅਗਲਾ ਜਿਹੜਾ ਕਬਿਤ ਹੈ ਉਹਦੀ ਵਿਚਾਰ ਪ੍ਰਾਰੰਭ ਹੋਣੀ ਹੈ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਲਵਾਓ ਜੀ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਚਰਨ ਸਰਨ ਗਹੇ ਨਿਜ ਘਰ ਮੈਂ ਨਿਵਾਸ। ਆਸਾ ਮਨਸਾ ਥਕਤ ਅਨਤ ਨ ਧਾਵਈ। ਸਤਿਗੁਰੂ ਮਹਾਰਾਜ ਜੀ ਦੇ ਅਨੰਨ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਵੇਦ ਵਿਆਸ ਦਾ ਖਿਤਾਬ ਦਿੱਤਾ ਹੈ, ਆਖਦੇ ਨੇ ਚਰਨ ਸਰਨ ਗਹੇ ਨਿਜ ਘਰ ਮੈਂ ਨਿਵਾਸ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਗਹਿ ਕਹਿੰਦੇ ਨੇ ਫੜ ਕੇ। ਪਰਮਾਤਮਾ ਦੇ ਚਰਨ ਸ਼ਰਨ ਵਿੱਚ ਪੈ ਕਰਕੇ ਨਿਜ ਘਰ ਮੈਂ ਨਿਵਾਸ, ਜਿਹੜਾ ਆਪਣਾ ਨਿਜ ਸਰੂਪ ਹੈ, ਜੋ ਆਪਣਾ ਆਤਮਾ ਸਰੂਪ ਹੈ, ਜੋ ਸੱਚਖੰਡ ਰੂਪੀ ਘਰ ਹੈ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਪੈਣ ਕਰਕੇ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ, ਵਾਸਾ ਹੁੰਦਾ ਹੈ। ਚਰਨ ਕਿਹੜੇ ਨੇ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਾਪ ਸਾਹਿਬ 'ਚ ਲਿਖਦੇ ਨੇ, ਚਿਤ ਚਰਨ ਨਾਮ। ਪਰਮਾਤਮਾ ਦੇ ਚਰਨ ਜਿਹੜੇ ਨੇ ਉਹ ਪਰਮਾਤਮਾ ਦਾ ਨਾਮ ਹੀ ਵਾਹਿਗੁਰੂ ਦੇ ਚਰਨ ਨੇ। ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਹੀ ਪਰਮਾਤਮਾ ਦੇ ਸ਼ਰਨ ਵਿੱਚ ਪਿਆ ਜਾ ਸਕਦਾ ਹੈ। ਇੱਕ ਸ਼ਰਨ ਵਿੱਚ ਪੈਣਾ ਹੁੰਦਾ ਹੈ ਸਰੀਰ ਕਰਕੇ, ਗੁਰਦੁਆਰੇ ਜਾਣਾ, ਸੰਗਤ ਵਿੱਚ ਬੈਠਣਾ, ਮੱਥਾ ਟੇਕਣਾ, ਇਹ ਸਰੀਰ ਕਰਕੇ ਸ਼ਰਨ ਵਿੱਚ ਪੈਣਾ ਹੈ। ਇੱਕ ਮਨ ਕਰਕੇ ਸ਼ਰਨ ਵਿੱਚ ਪੈਣਾ ਹੈ, ਜੋ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਸਵੇਰੇ ਅੰਮ੍ਰਿਤ ਵੇਲੇ ਉੱਠ ਕਰਕੇ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸੇਵਾ ਸਿਮਰਨ ਕਰਨਾ ਹੈ।
ਇਸ ਨੂੰ ਤਾਂ ਜ਼ਿੰਦਗੀ ਆਪਣੇ ਸਿਰ ਤੇ ਪ੍ਰਵਾਨ ਕਰਨਾ, ਹੁਕਮ ਅਦੋਲੀ ਨਹੀਂ ਕਰਨੀ, ਹੁਕਮ ਵਿੱਚ ਰਹਿਣਾ। ਇਹ ਸਾਧ ਸੰਗਤ ਜੀ ਮਨ ਕਰਕੇ ਸ਼ਰਨ ਵਿੱਚ ਪੈਣਾ ਹੈ। ਇੱਕ ਹੁੰਦਾ ਹੈ ਬੁੱਧੀ ਕਰਕੇ ਸ਼ਰਨ ਵਿੱਚ ਪੈਣਾ। ਗੁਰੂ ਮਹਾਰਾਜ ਜੀ ਨੇ ਜੋ ਸਿਧਾਂਤ ਬਖਸ਼ਿਆ ਹੈ ਉਹਦੇ ਉਲਟ ਨਹੀਂ ਜਾਣਾ, ਉਹਦੇ ਤੇ ਤਰਕ ਨਹੀਂ ਕਰਨੀ, ਉਹਦੇ ਤੇ ਡਾਊਟ ਨਹੀਂ ਕਰਨਾ, ਸ਼ੰਕਾ ਨਹੀਂ ਕਰਨੀ। ਉਸ ਨੂੰ ਆਖਦੇ ਨੇ ਬੁੱਧੀ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ। ਤੇ ਸਾਧ ਸੰਗਤ ਜੀ ਸਰੀਰ ਕਰਕੇ ਤੇ ਸ਼ਰਨ ਵਿੱਚ ਆਪਾਂ ਪੈ ਜਾਂਦੇ ਹਾਂ, ਬੈਠ ਜਾਂਦੇ ਹਾਂ, ਗੁਰਦੁਆਰੇ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਸੇਵਾ ਕਰਦੇ ਹਾਂ ਸਰੀਰ ਦੇ ਨਾਲ। ਮਨ ਕਰਕੇ ਸ਼ਰਨ ਵਿੱਚ ਪੈਣਾ ਔਖਾ। ਮਨ ਕਰਕੇ ਬਾਣੀ ਦੇ ਅਧੀਨ ਆਪਣੀ ਜ਼ਿੰਦਗੀ ਬਤੀਤ ਕਰਾਉਣੀ ਔਖੀ ਹੈ। ਮਨ ਹਰ ਗੱਲ ਨੂੰ ਮੰਨਦਾ ਨਹੀਂ। ਜੇ ਕਿਤੇ ਸ਼ਾਮਾਂ ਪੈ ਗਈਆਂ ਨੇ ਤੇ ਮਨ ਇੱਕ ਦੋ ਵਾਰ ਯਾਦ ਕਰਾਉਂਦਾ ਵੀ ਰਹਿ ਰਸ ਦਾ ਟਾਈਮ ਹੋਇਆ ਹੈ, ਪਰ ਕੰਮਾਂ ਕਾਰਾਂ ਦੇ ਰੁਝੇਵਿਆਂ ਦੇ ਵਿੱਚ ਫਸਿਆ ਹੋਇਆ ਮਨੁੱਖ ਆਖਦਾ ਹੈ ਕੋਈ ਗੱਲ ਨਹੀਂ, ਠਹਿਰ ਕੇ ਕਰ ਲੈਣਾ। ਜਦੋਂ ਰਾਤਰੀ ਹੋ ਜਾਂਦੀ ਹੈ, ਪ੍ਰਸ਼ਾਦੇ ਦਾ ਸਮਾਂ ਹੋ ਜਾਂਦਾ ਹੈ, ਫਿਰ ਆਖਦਾ ਕੋਈ ਗੱਲ ਨਹੀਂ, ਪ੍ਰਸ਼ਾਦਾ ਛਕਣ ਤੋਂ ਬਾਅਦ ਕਰ ਲੈਂਦੇ ਹਾਂ। ਜਦੋਂ ਪ੍ਰਸ਼ਾਦਾ ਛਕ ਲੈਂਦੇ ਆ ਫਿਰ ਆਲਸ ਦੇ ਨਾਲ ਸਰੀਰ ਵਿੱਚ ਨਿੰਦਰ ਆਉਂਦੀ ਹੈ। ਫਿਰ ਮਨ 'ਚ ਸੋਚਦਾ ਕੋਈ ਗੱਲ ਨਹੀਂ, ਰਹਿ ਰਸ ਕੱਲ੍ਹ ਨੂੰ ਕਰ ਲਾਂਗੇ। ਇਸ ਤਰ੍ਹਾਂ ਵੇਸਲਾਪੁਣਾ ਸਾਧ ਸੰਗਤ ਜੀ ਹਰੇਕ ਦੇ ਨਾਲ ਇਸ ਤਰ੍ਹਾਂ ਮਨ ਦੀ ਗਤੀ ਜਿਹੜੀ ਹੈ ਹਰੇਕ ਦੇ ਨਾਲ ਵਾਪਰਦੀ ਹੈ। ਗੁਰਮੁਖ ਜਿਹੜੇ ਨੇ ਮਨ ਨੂੰ ਚੰਡ ਕੇ ਰੱਖਦੇ ਨੇ, ਖਿੱਚ ਕੇ ਰੱਖਦੇ ਨੇ, ਮਨ ਦੇ ਅਧੀਨ ਨਹੀਂ ਹੁੰਦੇ। ਉਹ ਮਨ ਵਿੱਚ ਸਾਧ ਸੰਗਤ ਜੀ ਮਨ ਨੂੰ ਵੀ ਗੁਰਬਾਣੀ ਦੇ ਅਧੀਨ ਕਰਕੇ ਰੱਖਦੇ ਨੇ। ਜਦੋਂ ਸ਼ਾਮਾਂ ਪਈਆਂ ਸਾਰੇ ਕਾਰਜ ਛੱਡ ਕੇ ਰਹਿ ਰਸ ਸ਼ੁਰੂ ਕਰ ਦਿੰਦੇ ਨੇ। ਉਹ ਅੱਗਾ ਨਹੀਂ ਵੇਖਦੇ, ਪਿਛਾਂ ਨਹੀਂ ਵੇਖਦੇ। ਕੋਈ ਵੱਡੇ ਤੋਂ ਵੱਡਾ ਬੰਦਾ ਮਿਲਣ ਵਾਸਤੇ ਆਇਆ ਹੋਵੇ, ਉਸ ਨੂੰ ਆਖਦੇ ਨੇ ਭਾਈ ਠਹਿਰ ਜਾ, ਪਹਿਲਾਂ ਬਾਣੀ ਪੜ੍ਹ ਲਈਏ। ਇਸ ਤਰ੍ਹਾਂ ਸਾਧ ਸੰਗਤ ਜਿਸ ਨੂੰ ਮਨ ਕਰਕੇ ਸ਼ਰਨ ਵਿੱਚ ਪੈਣਾ ਆਖਦੇ ਨੇ। ਇਹਦੇ ਨਾਲੋਂ ਬਹੁਤ ਔਖਾ ਹੈ ਬੁੱਧੀ ਕਰਕੇ ਸ਼ਰਨ ਵਿੱਚ ਪੈਣਾ। ਬੁੱਧੀ ਦੀਆਂ ਚਲਾਕੀਆਂ, ਬੁੱਧੀ ਦੀਆਂ ਸਿਆਣਪਾਂ ਇਹ ਸਾਧ ਸੰਗਤ ਜੀ ਬੰਦੇ ਨੂੰ ਟਿਕਣ ਨਹੀਂ ਦਿੰਦੀਆਂ। ਜਿੰਨਾ ਕੁ ਬੰਦਾ ਤੇਜ਼, ਜਿੰਨਾ ਕੁ ਬੰਦਾ ਚੁਸਤ, ਓਨਾ ਹੀ ਸਾਧ ਸੰਗਤ ਜੀ ਉਹ ਕੁਤਰਕੀ ਹੋ ਸਕਦਾ ਹੈ। ਓਨਾ ਹੀ ਸਾਧ ਸੰਗਤ ਜੀ ਸ਼ਰਧਾ ਤੋਂ ਹੀਣਾ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ, ਪਰ ਹੋ ਸਕਦਾ ਹੈ। ਕਿਉਂਕਿ ਬਹੁਤਾਤ ਲੋਕ ਦਿਮਾਗੀ ਤੌਰ 'ਤੇ, ਬੌਧਿਕ ਤਲ 'ਤੇ ਜੀਣ ਵਾਲੇ ਲੋਕ ਜ਼ਿਆਦਾਤਰ ਨਾਸਤਿਕ ਵੇਖੇ ਗਏ ਨੇ। ਜਿੰਨਾ ਸਾਧ ਸੰਗਤ ਜੀ ਚੰਗਾ ਦਿਮਾਗ, ਜਿੰਨੀ ਪੜ੍ਹਾਈ ਲਿਖਾਈ ਕੀਤੀ ਹੈ, ਉਨਾ ਹੀ ਸਾਧ ਸੰਗਤ ਜੀ ਉਹ ਧਾਰਮਿਕ ਤਲ 'ਤੇ ਧਾਰਮਿਕ ਕਰਮ ਕਾਂਡਾਂ ਤੋਂ ਵੀ ਦੂਰ ਰਹਿੰਦਾ ਹੈ। ਕਿਉਂਕਿ ਜਿੰਨਾ ਚਿਰ ਧਾਰਮਿਕ ਕਰਮ ਕਾਂਡ ਨਹੀਂ ਕਰੇਗਾ, ਉਨਾ ਚਿਰ ਸਾਧ ਸੰਗਤ ਜੀ ਕੈਰੈਕਟਰ ਬਿਲਡਅਪ ਕਿਵੇਂ ਹੋਵੇਗਾ। ਜਿਵੇਂ ਕਰਮ ਨੇ ਨਾ, ਆਪਾਂ ਆਖਦੇ ਹਾਂ ਸ਼ਰਾਬ ਨਹੀਂ ਪੀਣੀ, ਤੇ ਤਰਕੀ ਬੰਦਾ, ਬੌਧਿਕ ਬੰਦਾ ਜਿਹਦਾ ਤੇਜ਼ ਦਿਮਾਗ ਹੈ, ਉਹ ਆਖੇਗਾ ਲੈ ਸ਼ਰਾਬ 'ਚ ਮਾੜਾ ਕੀ ਹੈ। ਸ਼ਰਾਬ ਤਾਂ ਅੰਗੂਰ ਦੀ ਸ਼ਰਾਬ ਬਣਦੀ ਹੈ, ਹੋਰ ਫਰੂਟਾਂ ਦੀ ਸ਼ਰਾਬ ਬਣਦੀ ਹੈ, ਅਤੇ ਇਹਦੇ ਨਾਲ ਸਕਿਨ ਬਹੁਤ ਚਮਕਦੀ ਹੈ। ਉਹ ਸਾਧ ਸੰਗਤ ਜੀ ਆਪਣੇ ਬੌਧਿਕ ਬਲ ਦੇ ਨਾਲ ਸ਼ਰਾਬ ਵਿੱਚ ਵੀ ਚੰਗੇ ਗੁਣ ਜਿਹੜੇ ਨੇ ਉਹ ਵਿਖਾਉਣਾ ਸ਼ੁਰੂ ਕਰ ਦੇਵੇਗਾ। ਨਹੀਂ, ਸ਼ਰਾਬ ਨਾਲ ਤਾਂ BP ਵੱਧਦਾ ਨਹੀਂ ਗਾ। ਸ਼ਰਾਬ ਨਾਲ ਕਿਡਨੀ ਦਾ ਸਟੋਨ ਨਿਕਲ ਜਾਂਦਾ ਹੈ, ਬੀਅਰ ਪੀਣ ਦੇ ਨਾਲ ਪੱਥਰੀ ਨਿਕਲ ਜਾਂਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਾਧ ਸੰਗਤ ਜੀ ਬੌਧਿਕ ਤਲ ਦਾ ਬੰਦਾ ਇਸ ਤਰ੍ਹਾਂ ਦੀਆਂ ਹੁਜਤਾਂ ਕਰਦਾ ਹੈ। ਇਸ ਕਰਕੇ ਤੇਜ਼ ਦਿਮਾਗ ਹੋਣਾ
ਤੇ ਨਿਰਮਲ ਬੁੱਧੀ ਹੋਣੀ, ਦੋਹਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਨਿਰਮਲ ਬੁੱਧੀ ਹੋਣੀ, ਉਹਦੇ ਵਿੱਚ ਭੈੜੀ ਵਾਸ਼ਨਾ, ਭੈੜੀਆਂ ਵਿਚਾਰਾਂ, ਭੈੜੀਆਂ ਗੱਲਾਂ ਨਹੀਂ ਪੈਦਾ ਹੁੰਦੀਆਂ, ਡਾਊਟ ਨਹੀਂ ਪੈਦਾ ਹੁੰਦਾ। ਇੱਕ ਤਾਂ ਹੁੰਦਾ ਹੈ ਗੁਰੂ 'ਤੇ ਡਾਊਟ ਕਰਨਾ, ਇੱਕ ਹੁੰਦਾ ਹੈ ਸੈਲਫ ਡਾਊਟ ਕਰਨਾ, ਆਪਣੇ 'ਤੇ ਸ਼ੰਕਾ ਕਰਨਾ। ਜੇ ਮੈਂ ਅੰਮ੍ਰਿਤਪਾਨ ਕਰ ਲਿਆ, ਪਤਾ ਨਹੀਂ ਮੇਰੇ ਤੋਂ ਨਿਤਨੇਮ ਹੋਣਾ ਕਿ ਨਹੀਂ ਹੋਣਾ। ਜੇ ਮੈਂ ਅੰਮ੍ਰਿਤਪਾਨ ਕਰ ਲਿਆ, ਪਤਾ ਨਹੀਂ ਮੈਂ ਤੋਂ ਰਹਿਤ ਰੱਖੀ ਜਾਣੀ ਕਿ ਨਹੀਂ ਜਾਣੀ। ਇਹ ਬੜਾ ਔਖਾ ਕੰਮ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਆਪ 'ਤੇ ਹੀ ਸ਼ੰਕਾ ਕਰਨਾ, ਆਪਣੇ ਆਪ 'ਤੇ ਸੈਲਫ ਡਾਊਟ ਕਰਨਾ, ਇਹ ਵੀ ਉਨਾ ਹੀ ਮਾੜਾ ਹੈ ਜਿੰਨਾ ਗੁਰੂ 'ਤੇ ਵੀ ਡਾਊਟ ਕਰਨਾ, ਗੁਰੂ 'ਤੇ ਸ਼ੰਕਾ ਕਰਨੀ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਚਰਨ ਸਰਨ ਗਹੇ ਨਿਜ ਘਰ ਮੈਂ ਨਿਵਾਸ, ਆਸਾ ਮਨਸਾ ਥਕਤ ਅਨਤ ਨ ਧਾਵਈ। ਅਕਾਲ ਪੁਰਖ ਵਾਹਿਗੁਰੂ ਦੇ ਸ਼ਰਨ ਵਿੱਚ ਪੈਣਾ ਹੈ, ਮਨ ਕਰਕੇ, ਸਰੀਰ ਕਰਕੇ, ਬੁੱਧੀ ਕਰਕੇ, ਬਾਣੀ ਕਰਕੇ। ਆਸਾ ਤੇ ਮਨਸਾ ਇਹ ਦੋ ਚੀਜ਼ਾਂ ਨੇ। ਆਸਾ ਕਹਿੰਦੇ ਨੇ ਸਾਧ ਸੰਗਤ ਜੀ, ਜੋ ਹੁਣੇ ਇੱਛਾ ਪੈਦਾ ਹੋਈ ਹੈ ਉਸ ਨੂੰ ਆਸਾ ਆਖਦੇ ਨੇ। ਜੋ ਬਹੁਤ ਪੁਰਾਣੀਆਂ ਇੱਛਾਵਾਂ ਮਨ ਵਿੱਚ ਹੋਣ ਉਸ ਨੂੰ ਮਨਸਾ ਆਖਦੇ ਨੇ। ਜਿਹੜੀ ਸਾਧ ਸੰਗਤ ਜੀ ਅੱਜ ਕਿਸੇ ਵੱਲ ਵੇਖ ਕਰਕੇ, ਕੋਈ ਚੀਜ਼ ਵੇਖ ਕੇ, ਕੋਈ ਪਦਾਰਥ ਵੇਖ ਕਰਕੇ, ਕਿਸੇ ਦਾ ਘਰ ਵੇਖ ਕਰਕੇ, ਕਿਸੇ ਦੇ ਪਾਏ ਲੀੜੇ ਬਸਤਰ ਵੇਖ ਕਰਕੇ ਇੱਛਾ ਪੈਦਾ ਹੋਣੀ ਵੀ ਇਸ ਤਰ੍ਹਾਂ ਦਾ ਮੇਰੇ ਕੋਲ ਵੀ ਹੋਣਾ ਚਾਹੀਦਾ ਹੈ, ਇਹ ਤਾਂ ਤੁਰੰਤ ਇੱਛਾ ਇੱਕ ਪੈਦਾ ਹੋਈ ਹੈ। ਇੱਕ ਮਨਸਾ ਹੁੰਦੀ ਹੈ ਵੀ ਬਹੁਤ ਸਮੇਂ ਤੋਂ ਵੀ ਹਾਂ ਬਈ ਬਹੁਤ ਮੇਰੀ ਪੁਰਾਣੀ ਇੱਛਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਹ ਕੰਮ ਕਰਨੇ ਨੇ, ਮੈਂ ਆਹ ਕੰਮ ਕਰਨੇ ਨੇ, ਇਹ ਮੇਰੀ ਮਨ ਦੀ ਬਹੁਤ ਪੁਰਾਣੀ ਇੱਛਾ ਹੈ। ਇਸ ਤਰ੍ਹਾਂ ਪੁਰਾਣੀ ਤੋਂ ਪੁਰਾਣੀਆਂ ਇੱਛਾਵਾਂ ਨੂੰ ਮਨਸਾ ਆਖਦੇ ਨੇ। ਤੇ ਹੁਣ ਜਿਹੜੀ ਤਾਜ਼ਾ ਤੁਰੰਤ ਮਨ ਵਿੱਚ ਇੱਛਾਵਾਂ ਪੈਦਾ ਹੋਣ ਉਸ ਨੂੰ ਆਸਾ ਆਖਦੇ ਨੇ। ਭਾਈ ਗੁਰਦਾਸ ਜੀ ਆਖਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਸ਼ਰਨ ਵਿੱਚ ਪੈਣ ਕਰਕੇ ਆਸਾ ਮਨਸਾ ਥਕਤ ਅਨਤ ਨ ਧਾਵਈ। ਇੱਛਾਵਾਂ ਜਿਹੜੀਆਂ ਨੇ ਨਾ, ਵਿਦਵਾਨ ਇਸ ਨੂੰ ਇਹ ਵੀ ਆਖਦੇ ਨੇ ਵੀ ਅਨ ਇੱਛਾ, ਪਰ ਇੱਛਾ ਤੇ ਸਵੈ ਇੱਛਾ। ਇੱਕ ਤਾਂ ਹੈ ਨਾ ਆਸਾ ਤੇ ਮਨਸਾ, ਹੁਣ ਇੱਛਾ, ਨਵੀਂ ਇੱਛਾ ਤੇ ਪੁਰਾਣੀਆਂ ਇੱਛਾਵਾਂ। ਇੱਕ ਹੁੰਦੀ ਹੈ ਅਨ ਇੱਛਾ, ਸਵੈ ਇੱਛਾ ਤੇ ਪਰ ਇੱਛਾ। ਇਹ ਤਿੰਨ ਤਰ੍ਹਾਂ ਦੀਆਂ ਇੱਛਾਵਾਂ ਹੁੰਦੀਆਂ ਨੇ। ਇੱਕ ਸਵੈ ਇੱਛਾ ਹੁੰਦੀ ਹੈ, ਆਪਣੀ ਨਿੱਜੀ ਇੱਛਾ। ਇੱਕ ਸਾਧ ਸੰਗਤ ਜੀ ਪਰ ਇੱਛਾ ਹੁੰਦੀ ਹੈ, ਜੋ ਸਾਕ ਸੰਬੰਧੀ ਰਿਸ਼ਤੇਦਾਰ, ਭੈਣ ਭਰਾ, ਮਾਤਾ ਪਿਤਾ, ਉਹਨਾਂ ਦੀਆਂ ਇੱਛਾਵਾਂ ਤੇ ਸਾਡੀਆਂ ਇੱਛਾਵਾਂ ਰਲ ਜਾਣ, ਉਸ ਨੂੰ ਆਖਦੇ ਨੇ ਪਰ ਇੱਛਾ। ਤੇ ਅਨ ਇੱਛਾ, ਜਿਹੜੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ, ਜਿਨ੍ਹਾਂ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਰਿਸ਼ਤੇਦਾਰੀ ਨਹੀਂ, ਉਹਨਾਂ ਵੱਲ ਵੇਖ ਕਰਕੇ ਜਿਹੜੀਆਂ ਇੱਛਾਵਾਂ ਪੈਦਾ ਹੁੰਦੀਆਂ ਹਨ ਉਸ ਨੂੰ ਅਨਿੱਛਾ ਆਖਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਇਸ ਕਰਕੇ ਗੁਰਬਾਣੀ ਆਖਦੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਤਾਂ ਆਖਿਆ ਵੀ ਸਾਰੀਆਂ ਇੱਛਾਵਾਂ ਸਤਿਗੁਰੂ ਮਹਾਰਾਜ ਪੂਰੀਆਂ ਕਰਦੇ ਨੇ। ਪਰ ਸਾਧ ਸੰਗਤ ਜੀ ਇੱਛਾ ਜਿਹੋ ਜਿਹੀ ਹੋਵੇ ਤੇ ਜਿਹੋ ਜਿਹੀ ਆਪਾਂ ਅਰਦਾਸ ਕਰਦੇ ਹਾਂ, ਤੇ ਫਿਰ ਉਹਦੇ ਪਿੱਛੇ ਉਹੋ ਜਿਹਾ ਦੁੱਖ ਤੇ ਸੁੱਖ ਵੀ ਬੰਦੇ ਨੂੰ ਹੀ ਭੋਗਣਾ ਪੈਂਦਾ ਹੈ। ਅੱਗੇ ਭਾਈ ਗੁਰਦਾਸ ਜੀ ਆਖਦੇ ਨੇ, ਦਰਸ਼ਨ ਮਾਤਰ ਆਨ ਧਿਆਨ ਮੈਂ ਰਹਤ ਹੋਏ, ਸਿਮਰਨ ਆਨ ਸਿਮਰਨ ਬਿਸਰਾਵਈ। ਗੁਰਮੁਖ ਜੀਵਨ ਮੁਕਤ ਜਿਹੜੇ ਨੇ ਉਹ ਸਾਧ ਸੰਗਤ ਜੀ ਇਹੋ ਜਿਹੀ ਪਰਮ ਪਦਵੀ ਨੂੰ ਪ੍ਰਾਪਤ ਉਹਨਾਂ ਨੇ ਕਰ ਲਿਆ ਹੈ, ਜਿੱਥੇ ਜਿਉਂਦਿਆਂ ਜੀ ਮੁਕਤੀ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ ਹੈ।
ਉਹਨਾਂ ਦੇ ਦਰਸ਼ਨ ਕਰਨ ਮਾਤਰ ਹੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਜਿਹੜਾ ਹੈ ਇਕਾਗਰ ਚਿਤ ਉਹਨਾਂ ਦਾ ਹੋ ਜਾਂਦਾ ਹੈ। ਸਾਰੀਆਂ ਧਿਆਨਾਂ ਵਿੱਚੋਂ ਧਿਆਨ ਨਿਕਲ ਕੇ ਖਿੱਚ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਵਿੱਚ ਧਿਆਨ ਟਿਕ ਜਾਂਦਾ ਹੈ। ਜਦੋਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠੀਦਾ ਹੈ, ਸਿਮਰਨ ਆਨ ਸਿਮਰਨ ਬਿਸਰਾਵਈ, ਕਹਿੰਦੇ ਉਹਨਾਂ ਨੂੰ ਯਾਦ ਕਰਕੇ ਹੋਰ ਦੂਜਿਆਂ ਦਾ ਸਿਮਰਨ, ਪਦਾਰਥਾਂ ਦਾ ਸਿਮਰਨ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਸ਼ਬਦ ਸੁਰਤ ਮੋਨ ਬ੍ਰਤ ਕੋ ਪ੍ਰਾਪਤ ਹੋਏ, ਪ੍ਰੇਮ ਰਸ ਕਥ ਕਥਾ ਨ ਕਹਿ ਆਵਈ। ਸ਼ਰੂਤੀ ਦੇ ਨਾਲ, ਕੰਨਾਂ ਦੇ ਨਾਲ ਸ਼ਬਦ ਨੂੰ ਸੁਣਦੇ ਨੇ ਤੇ ਮੌਨ ਹੋ ਜਾਂਦੇ ਨੇ, ਚੁੱਪ ਨੂੰ ਧਾਰਨ ਕਰ ਲੈਂਦੇ ਨੇ। ਇੱਕ ਇਹੋ ਜਿਹੀ ਚੁੱਪੀ ਹੈ ਜੋ ਸਾਧ ਸੰਗਤ ਜੀ ਸਿਮਰਨ ਕਰਨ ਵਾਲੇ ਬੰਦੇ ਦੇ ਮਨ ਵਿੱਚ ਇੰਨੀ ਕੁ ਇਕਾਗਰ ਹੋ ਜਾਂਦੀ ਹੈ, ਬਿਰਤੀ ਮਨ ਦੀ ਇੰਨੀ ਇਕਾਗਰ ਹੋ ਜਾਂਦੀ ਹੈ ਕਿ ਉਹ ਹੋਰ ਕਿਸੇ ਗੱਲ ਪਾਸੇ ਜਾਂਦੀ ਨਹੀਂ। ਮਨ ਐਂ ਟਿਕ ਜਾਂਦਾ ਹੈ, ਮਨ ਦੀ ਬਿਰਤੀ ਇਕਾਗਰ ਹੋ ਜਾਂਦੀ ਹੈ। ਸ਼ਬਦ ਨੂੰ ਸੁਣ ਕਰਕੇ ਮੌਨ ਬ੍ਰਤ ਕੋ ਪ੍ਰਾਪਤ ਹੋਏ। ਜਿਵੇਂ ਗੂੰਗੇ ਬੰਦੇ ਦੇ ਮੁਖ ਦੇ ਵਿੱਚ ਗੁੜ ਪਾ ਦਿਓ ਤੇ ਫਿਰ ਉਹਨੂੰ ਪੁੱਛੋ, ਤੇ ਗੁੜ ਦੇ ਨਾਲ ਮੂੰਹ ਉਹਦਾ ਭਰਿਆ ਹੋਵੇ ਤੇ ਉਹਨੂੰ ਪੁੱਛੋ, ਦੱਸ ਹਾਂ ਭਾਈ ਗੁੜ ਕਿੰਨਾ ਕੁ ਮਿੱਠਾ ਹੈ, ਇਹਦਾ ਸਵਾਦ ਦੱਸ ਹਾਂ। ਥੋੜਾ ਤਾਂ ਦੱਸ ਦੇ, ਤੂੰ ਦੱਸਦਾ ਹੀ ਨਹੀਂਗਾ। ਦੱਸ ਭਾਈ ਇਹ ਗੁੜ ਕਿੰਨਾ ਕੁ ਮਿੱਠਾ ਹੈ। ਅਗਲੇ ਦਾ ਮੂੰਹ ਗੁੜ ਦੇ ਨਾਲ ਭਰਿਆ ਹੋਵੇ, ਉਹ ਦੱਸ ਨਹੀਂ ਸਕਦਾ, ਦੱਸ ਨਹੀਂ ਸਕਦਾ, ਕਿਉਂਕਿ ਸਾਧ ਸੰਗਤ ਜੀ ਉਹਨੂੰ ਆਪ ਨੂੰ ਇੰਨਾ ਕੁ ਆਨੰਦ ਆ ਰਿਹਾ ਹੁੰਦਾ ਹੈ, ਇੰਨਾ ਕੁ ਆਨੰਦ ਦੇ ਵਿੱਚ ਉਹਦੀ ਬਿਰਤੀ ਮਸਤ ਹੋਈ ਹੈ ਕਿ ਉਹਨੂੰ ਸੰਸਾਰ ਦੇ ਗੱਲਾਂ ਬਾਤਾਂ ਦਾ, ਹੋਰ ਇੱਧਰ ਉੱਧਰ ਧਿਆਨ ਬਾਰੇ ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ। ਐਂ ਇਕਾਗਰ ਚਿਤ ਹੋ ਕਰਕੇ ਉਹ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਨਾਂ ਦੀ ਬਿਰਤੀ ਲੱਗੀ ਹੁੰਦੀ ਹੈ। ਸਾਡੇ ਉਸਤਾਦ ਜੀ ਜਦੋਂ ਸਾਨੂੰ ਪੜ੍ਹਾਇਆ ਕਰਦੇ ਸਨ, ਉਹ ਦੱਸਿਆ ਕਰਦੇ ਸਨ, ਕਹਿੰਦੇ ਜਦੋਂ ਸੰਗਤ ਦੇ ਵਿੱਚ ਬੈਠਣਾ, ਕੀਰਤਨ ਚੱਲ ਰਿਹਾ ਹੋਵੇ, ਉਦੋਂ ਤਬਲੇ ਦੀ ਆਵਾਜ਼ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਜਦੋਂ ਇਕਾਂਤ ਵਿੱਚ ਕਮਰੇ ਵਿੱਚ ਬੈਠੇ ਹੋਈਏ, ਪੱਖਾ ਚੱਲਦਾ ਹੋਵੇ ਤੇ ਪੱਖੇ ਦੀ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਜਿਹੜੀ ਹੈ ਉਹ ਸੁਣਨੀ ਹੈ। ਜੇ ਇਕਾਂਤ ਵਿੱਚ ਕਿਤੇ ਬੈਠੇ ਹੋਈਏ, ਕਿਸੇ ਪਸ਼ੂ ਪੰਛੀ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਉਹਦੇ ਵਿੱਚੋਂ ਵੀ ਵਾਹਿਗੁਰੂ ਦਾ ਜਾਪ ਜਿਹੜਾ ਹੈ ਉਹ ਸੁਣਨਾ ਹੈ। ਜਿਵੇਂ ਸਾਧ ਸੰਗਤ ਜੀ ਕਿਤੇ ਤੁਰ ਕੇ ਜਾਣਾ ਹੋਵੇ ਤੇ ਇੱਕ ਪੈਰ ਪੁੱਟੀਏ ਤੇ ਕਹੀਏ ਵਾਹੇ, ਦੂਜਾ ਪੈਰ ਪੁੱਟੀਏ ਤੇ ਕਹੀਏ ਗੁਰੂ। ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਮਨ ਦੇ ਨਾਲ ਵਾਹਿਗੁਰੂ 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 ਐਂ ਸਿਮਰਨ ਕਰਨਾ ਚਾਹੀਦਾ ਹੈ। ਸਾਨੂੰ ਤਾਂ ਕਿਹਾ ਕਰਦੇ ਸਨ, ਕਹਿੰਦੇ ਕਥਾ ਕਰਦਿਆਂ ਕਰਦਿਆਂ ਵੀ ਸਿਮਰਨ ਕਰਿਆ ਕਰੋ। ਉਦੋਂ ਸਾਨੂੰ ਬਹੁਤ ਔਖਾ ਲੱਗਦਾ ਸੀ ਵੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਉਸਤਾਦ ਜੀ ਕਹਿ ਰਹੇ ਨੇ, ਵੀ ਕਥਾ ਕਰਦਿਆਂ ਕਰਦਿਆਂ ਸਿਮਰਨ ਕਿਵੇਂ ਹੁੰਦਾ ਹੈ। ਇਹ ਤਾਂ ਔਖਾ, ਇੱਕ ਤਾਂ ਜ਼ਬਾਨ ਦੇ ਨਾਲ ਬੋਲਣਾ ਤੇ ਫਿਰ ਸਿਮਰਨ ਕਿਵੇਂ ਕਰੀਏ, ਇਹ ਸਾਨੂੰ ਪਤਾ ਨਹੀਂ ਸੀ ਲੱਗਦਾ। ਪਰ ਜਦੋਂ ਜਾਪ ਹੁੰਦਾ ਹੈ, ਜਦੋਂ ਅਜੱਪਾ ਜਾਪ ਚੱਲਦਾ ਹੈ ਹਿਰਦੇ ਦੇ ਵਿੱਚ, ਉਦੋਂ ਸਾਧ ਸੰਗਤ ਜੀ ਕਥਾ ਕਰਦਿਆਂ ਕਰਦਿਆਂ ਸਿਮਰਨ ਚੱਲਦਾ ਹੈ। ਇੱਕ ਸਿੰਘ ਸੀ ਸਾਡੇ ਨਾਲ, ਉਹ ਲੰਗਰ 'ਚ ਬਹੁਤ ਜਪਜੀ ਸਾਹਿਬ ਦੇ ਪਾਠ ਬਹੁਤ ਕਰਦਾ ਸੀ। 40 ਪਾਠ 50 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ। ਤੇ ਪ੍ਰਸ਼ਾਦਾ ਛਕਦਿਆਂ ਛਕਦਿਆਂ
ਧਿਆਨ ਦੇ ਨਾਲ ਉਹ ਜਪਜੀ ਸਾਹਿਬ ਦੇ 5 ਪਾਠ ਕਰ ਲਿਆ ਕਰਦਾ ਸੀ। ਇੰਨਾ ਉਹਦਾ ਅਭਿਆਸ ਸੀ, ਇੰਨੀ ਇਕਾਗਰਤਾ ਸੀ ਉਹਦੇ ਮਨ ਦੀ। ਕਹਿੰਦਾ ਸੀ ਭਾਵੇਂ ਤੁਸੀਂ ਆਹ ਵਿਆਹ ਸ਼ਾਦੀਆਂ 'ਚ ਡੀਜੇ ਵੱਜਦਾ ਨਾ, ਬਹੁਤ ਉੱਚੀ ਆਵਾਜ਼ 'ਚ ਡੀਜੇ ਵੱਜਦਾ ਹੈ, ਵੀ ਕੰਨਾਂ ਦੇ ਪਰਦੇ ਪਾੜਨ ਤੱਕ ਆਵਾਜ਼ ਜਾਂਦੀ ਹੈ, ਅਤੇ ਇੰਨੀ ਆਵਾਜ਼ ਹੁੰਦੀ ਹੈ ਵੀ ਛਾਤੀ ਦੀ ਧੜਕਣ ਤੱਕ ਵੀ ਡੀਜੇ ਦੀ ਆਵਾਜ਼ ਜਾਂਦੀ ਹੈ। ਉਹ ਆਖਦਾ ਸੀ ਤੁਸੀਂ 10 ਡੀਜੇ ਵਜਾਓ ਤਾਂ ਵੀ ਮੇਰਾ ਮਨ ਜਿਹੜਾ ਹੈ ਇਕਾਗਰ ਹੋਵੇਗਾ। ਮਨ 'ਤੇ ਕੋਈ ਅਸਰ ਨਹੀਂ, ਇੰਨੀ ਇਕਾਗਰਤਾ ਉਹਦੀ ਮਨ ਦੀ ਸੀ ਵੀ ਜਪਜੀ ਸਾਹਿਬ ਦਾ ਪਾਠ ਚੌਕੜਾ ਲਾ ਕਰਕੇ ਬੈਠ ਜਾਂਦਾ ਸੀ। ਜਦੋਂ ਸਿਮਰਨ ਕਰਦਾ ਸੀ ਤੇ ਜੇ ਇੱਕ ਵਾਰੀ ਚੌਕੜਾ ਲਾਇਆ, ਉਹਨੂੰ ਨਹੀਂ ਸੀ ਪਤਾ ਲੱਗਦਾ ਵੀ ਪ੍ਰਸ਼ਾਦਾ ਕਦੋਂ ਛਕਣਾ, ਕੀ ਟਾਈਮ ਹੋਇਆ ਪ੍ਰਸ਼ਾਦੇ ਦਾ, ਘੜੀ 'ਚ ਟਾਈਮ ਕੀ ਹੋਇਆ ਹੈ, ਰਾਤ ਹੈ ਕਿ ਦਿਨ ਹੈ, ਉਹਨੂੰ ਕੁਝ ਨਹੀਂ ਸੀ ਪਤਾ ਲੱਗਦਾ। 2-2 3-3 ਦਿਨ ਪ੍ਰਸ਼ਾਦੇ ਤੋਂ ਬਗੈਰ ਹੀ ਲੰਘ ਜਾਇਆ ਕਰਦੇ ਸਨ। ਇਸ ਤਰ੍ਹਾਂ ਦੀ ਉੱਚੀ ਅਵਸਥਾ ਦਾ ਉਹ ਮਾਲਕ ਸੀ, ਹੁਣ ਵੀ ਹੈ। ਅਤੇ ਜਦ ਵੀ ਜਾਂਦਾ ਕਿਤੇ ਮਿਲਦਾ, ਨਾ ਉਹਦੇ ਕੋਲ ਕੋਈ ਮੋਬਾਈਲ ਫੋਨ, ਨਾ ਉਹਦਾ ਕੋਈ ਕਾਂਟੈਕਟ ਨੰਬਰ। ਗੋਦਾਵਰੀ ਦੇ ਕੰਢੇ 'ਤੇ ਬੈਠ ਕਰਕੇ ਇਕਾਂਤ ਦੇ ਵਿੱਚ ਕੰਢੇ 'ਤੇ ਬੈਠ ਜਾਣਾ ਅਤੇ ਕਿੰਨਾ ਕਿੰਨਾ ਸਮਾਂ ਚੌਕੜਾ ਲਾ ਕਰਕੇ ਸਿਮਰਨ ਦੇ ਵਿੱਚ ਆਪਣੀ ਮਨ ਦੀ ਬਿਰਤੀ ਨੂੰ ਜੋੜੀ ਰੱਖਣਾ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਸ਼ਬਦ ਸੁਰਤ ਮੋਨ ਬ੍ਰਤ ਕੋ ਪ੍ਰਾਪਤ ਹੋਏ, ਪ੍ਰੇਮ ਰਸ ਅਕਥ ਕਥਾ ਨ ਕਹਿ ਆਵਈ। ਕਹਿੰਦੇ ਉਸ ਪਰਮੇਸ਼ਰ ਦੀ ਅਕਥ ਕਥਾ ਹੈ। ਜਦੋਂ ਪ੍ਰੇਮ ਰਸ ਪੈਦਾ ਹੁੰਦਾ ਹੈ, ਉਦੋਂ ਉਸ ਵਾਹਿਗੁਰੂ ਦੀ ਅਕਥ ਕਥਾ ਨੂੰ ਕੋਈ ਕਹਿ ਨਹੀਂ ਸਕਦਾ। ਉਹਦੇ ਬਾਬਤ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ, ਸਾਰੇ ਅੱਖਰ ਜਿਹੜੇ ਨੇ ਮੁੱਕ ਜਾਂਦੇ ਨੇ, ਸਾਰਾ ਗਿਆਨ ਧਿਆਨ ਸ਼ੂਨਯ ਹੋ ਜਾਂਦਾ ਹੈ, ਸਾਰਾ ਵਿਆਕਰਣ ਜਿਹੜਾ ਹੈ ਉਹ ਖਤਮ ਹੋ ਜਾਂਦੇ ਨੇ, ਸਾਰੇ ਅੱਖਰ ਸਮਾਪਤ ਹੋ ਜਾਂਦੇ ਨੇ। ਅਤੇ ਸਾਧ ਸੰਗਤ ਜੀ ਇੱਕ ਅਕਹਿ ਰਸ ਅਨੁਭਵ, ਇੱਕ ਆਨੰਦਮਈ ਦਸ਼ਾ ਜਿਹੜੀ ਹੈ ਉਸ ਮਨੁੱਖ ਦੀ ਬਣ ਜਾਂਦੀ ਹੈ। ਪ੍ਰੇਮ ਰਸ ਅਕਥ ਕਥਾ ਨ ਕਹਿ ਆਵਈ। ਜਿਵੇਂ ਭਾਈ ਗੋਂਦਾ ਜੀ, ਜਿਨ੍ਹਾਂ ਨੂੰ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਭੇਜਿਆ ਹੈ ਕਾਬਲ ਵਿਖੇ ਕਥਾ ਪ੍ਰਚਾਰ ਕਰਨ ਵਾਸਤੇ, ਅਤੇ ਸਾਧ ਸੰਗਤ ਜੀ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਆਪਣੇ ਆਸਣ 'ਤੇ ਬੈਠੇ ਨੇ, ਦਰਬਾਰ 'ਚ ਬੈਠੇ ਨੇ, ਅਤੇ ਭਾਈ ਗੋਂਦਾ ਜੀ ਅੰਮ੍ਰਿਤ ਵੇਲੇ ਤੋਂ ਹੀ ਨਿਤਨੇਮ ਕਰਕੇ ਚੌਕੜਾ ਲਾ ਕੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਧਿਆਨ ਦੇ ਵਿੱਚ ਲਾ ਕਰਕੇ ਬੈਠੇ ਨੇ। ਧਿਆਨ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਲਾ ਕਰਕੇ ਬੈਠੇ ਨੇ। ਅਤੇ ਸਾਧ ਸੰਗਤ ਜੀ ਇੱਕ ਪਹਿਰ ਬਤੀਤ ਹੋਇਆ, ਭਾਵ 3 ਘੰਟੇ ਬਤੀਤ ਹੋ ਗਏ। ਫਿਰ ਦੂਜਾ ਪਹਿਰ ਬਤੀਤ ਹੋਇਆ, ਅਤੇ ਜਦੋਂ ਚੰਗਾ ਦਿਨ ਚੜ੍ਹ ਗਿਆ, ਸੰਗਤ ਨੇ ਆਣ ਕੇ ਬੇਨਤੀ ਕੀਤੀ, ਹੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਆਪ ਜੀ ਲੰਗਰ ਪ੍ਰਸ਼ਾਦੇ ਨੂੰ ਭੋਗ ਲਾਓ, ਵੀ ਆਪ ਜੀ ਭੋਗ ਲਾਓਗੇ ਤੇ ਸੰਗਤ ਫਿਰ ਲੰਗਰ ਛਕੇਗੀ। ਵੀ ਲੰਗਰ ਆਰੰਭ ਹੋ ਜਾਵੇਗਾ ਤੇ ਕਿਰਪਾ ਕਰੋ ਆਪ ਜੀ ਭੋਗ ਲਾਓ ਲੰਗਰ ਨੂੰ। ਗੁਰੂ ਮਹਾਰਾਜ ਮੁਸਕਰਾਏ। ਮਹਾਰਾਜ ਆਖਦੇ ਨੇ ਵੀ ਗੱਲ ਤਾਂ ਤੁਹਾਡੀ ਠੀਕ ਹੈ, ਵੀ ਭਾਈ ਗੋਂਦਾ ਮੇਰੇ ਪੈਰ ਛੱਡੇਗਾ ਤਾਂ ਹੀ ਮੈਂ ਸਿੰਘਾਸਨ ਤੋਂ ਉੱਠਾਂਗਾ। ਤੇ ਸੰਗਤ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਈ
ਵੀ ਭਾਈ ਗੋਂਦਾ ਤਾਂ ਕਾਬਲ ਵਿੱਚ ਬੈਠੇ ਨੇ ਤੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਪੰਜਾਬ 'ਚ ਬੈਠੇ ਨੇ, ਤੇ ਉੱਥੋਂ ਇੱਥੇ ਕਿਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਜਿਹੜਾ ਹੈ ਇੰਨਾ ਕੁ ਪਰਪੱਕ ਹੈ, ਇੰਨਾ ਕੁ ਪਰਪੱਕ ਹੈ ਕਿ ਧਿਆਨ ਦੇ ਨਾਲ ਹੀ ਸਤਿਗੁਰੂ ਮਹਾਰਾਜ ਜੀ ਦੇ ਚਰਨ ਫੜ ਲਏ ਨੇ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ 2:15 ਪਹਿਰ ਤੱਕ ਸਿੰਘਾਸਨ ਤੇ ਬੈਠੇ ਰਹੇ। ਉਧਰ ਭਾਈ ਗੋਂਦਾ ਜੀ ਨੇ ਧਿਆਨ ਛੱਡਿਆ, ਇੱਧਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਆਪਣੇ ਸਿੰਘਾਸਨ ਤੋਂ ਉੱਠ ਕਰਕੇ ਲੰਗਰ ਵਿੱਚ ਗਏ ਨੇ, ਭੋਜਨ ਛਕਿਆ ਹੈ, ਫਿਰ ਸਾਰੀ ਸੰਗਤ ਨੇ ਲੰਗਰ ਛਕਣਾ ਕੀਤਾ ਹੈ। ਇਸ ਤਰ੍ਹਾਂ ਜਦੋਂ ਪ੍ਰੇਮ ਰਸ ਹਿਰਦੇ ਵਿੱਚ ਪੈਦਾ ਹੁੰਦਾ ਹੈ, ਉਦੋਂ ਫਿਰ ਸਾਧ ਸੰਗਤ ਜੀ ਉਸ ਪਰਮੇਸ਼ਰ ਦੀ ਅਕਥ ਕਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਆਖਦੇ ਨੇ, ਕਿੰਚਿਤ ਕਟਾਕਸ਼ ਕਿਰਪਾ ਪਰਮ ਨਿਧਾਨ ਦਾਨ, ਪਰਮਦ ਭੁਤ ਗਤ ਅਤ ਬਿਸਮਾਵਈ। ਕਹਿੰਦੇ ਥੋੜ੍ਹੀ ਜਿਹੀ ਕਟਾਕਸ਼ ਕਿਰਪਾ ਦੇ ਨਾਲ, ਕਟਾਕਸ਼ ਕਹਿੰਦੇ ਨੇ ਸਾਧ ਸੰਗਤ ਜੀ ਟੇਢਾ ਜਿਹਾ ਵੇਖਣਾ ਕਿਸੇ ਵੱਲ। ਜੇ ਇੰਨਾ ਵੀ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਡੇ ਵੱਲ ਮਾੜਾ ਜਿਹਾ ਝਾਕ ਮਾਰ ਦੇਣ, ਨਿਗਾਹ ਮਾਰ ਲੈਣ, ਟੇਢਾ ਜਿਹਾ ਹੀ ਮਾੜਾ ਜਿਹਾ ਵੇਖ ਲੈਣ, ਤਾਂ ਵੀ ਭਾਈ ਗੁਰਦਾਸ ਜੀ ਆਖਦੇ ਨੇ ਪਰਮ ਨਿਧਾਨ ਦਾਨ, ਤਾਂ ਵੀ ਸਾਰੇ ਖਜ਼ਾਨਿਆਂ ਦੀ ਦਾਤ ਗੁਰੂ ਮਹਾਰਾਜ ਜੀ ਬਖਸ਼ ਦਿੰਦੇ ਨੇ। ਇੰਨੀ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਦੇ ਵਿੱਚ ਇੰਨਾ ਬਲ ਹੈ, ਇੰਨੀ ਬਰਕਤ ਹੈ। ਪਰਮਦ ਭੁਤ ਗਤ ਅਤ ਬਿਸਮਾਵਈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਉਹਨਾਂ ਦੇ ਕਿਰਪਾ ਕਟਾਕਸ਼ ਦੇ ਵਿੱਚ ਇੰਨੀ ਬਰਕਤ ਹੈ, ਇੰਨੀ ਬਰਕਤ ਹੈ ਕਿ ਸਾਧ ਸੰਗਤ ਜੀ ਬਹੁਤ ਛੇਤੀ ਗੁਰਸਿੱਖ ਜਿਹੜੇ ਨੇ ਉਹ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦੇ ਨੇ। ਇਸ ਤਰ੍ਹਾਂ ਪਰਮ ਅਸਚਰਜ ਤੋਂ ਵੀ ਅਸਚਰਜ ਸਰੂਪ ਜਿਹੜਾ ਹੈ, ਉਸ ਦੀ ਗਤੀ ਕਲਿਆਣ ਕਰਨ ਵਾਲੀ ਦਾਤ ਅਵਸਥਾ ਉਹ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ। ਹੈਰਾਨ ਕਰਨ ਵਾਲੀਆਂ ਅਵਸਥਾਵਾਂ ਜਿਹੜੀਆਂ ਨੇ, ਵਿਸਮਾਦ ਸਰੂਪ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਅਗਲਾ ਕਬਿਤ ਭਾਈ ਗੁਰਦਾਸ ਜੀ ਉਚਾਰਨ ਕਰਦੇ ਨੇ, ਕਹਿੰਦੇ ਸ਼ਬਦ ਸੁਰਤ ਆਪਾ ਖੋਏ ਗੁਰਦਾਸ ਹੋਏ, ਵਰਤੈ ਵਰਤਮਾਨ ਗੁਰ ਉਪਦੇਸ਼ ਕੈ। ਜੀਵਨ ਮੁਕਤ ਗੁਰੂ ਮਹਾਰਾਜ ਨਾਲ ਅਭੇਦ ਹੋਣ ਤੇ ਗੁਰੂ ਕੇ ਦਾਸ ਜਿਹੜੇ ਨੇ ਉਹ ਸਾਧ ਸੰਗਤ ਜੀ ਗੁਰੂ ਦੇ ਦਾਸ ਹੀ ਬਣੇ ਰਹਿੰਦੇ ਨੇ। ਭਾਵੇਂ ਸਰੀਰ ਕਰਕੇ ਗੁਰੂ ਦੇ ਨਾਲ ਇੱਕਮਿਕ ਨੇ, ਭਾਵੇਂ ਗੁਰੂ ਵਿੱਚ ਤੇ ਸਿੱਖ ਵਿੱਚ ਕੋਈ ਫਰਕ ਨਹੀਂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਖਾਲਸੇ ਵਿੱਚ ਤੇ ਸਤਿਗੁਰੂ ਵਿੱਚ ਫਰਕ ਨਹੀਂ, ਪਰ ਫਿਰ ਵੀ ਗੁਰਸਿੱਖ ਜਿਹੜੇ ਨੇ ਗੁਰੂ ਦੇ ਦਾਸ ਹੀ ਬਣੇ ਰਹਿੰਦੇ ਨੇ। ਭਾਈ ਗੋਪਾਲਾ ਜੀ ਸੰਗਤ ਵਿੱਚ ਬੈਠੇ ਨੇ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਿੰਘਾਸਨ 'ਤੇ ਬੈਠੇ ਨੇ। ਮਹਾਰਾਜ ਆਖਦੇ ਨੇ, ਤੁਹਾਡੇ ਵਿੱਚੋਂ ਕੋਈ ਹੈ ਇਹੋ ਜਿਹਾ ਗੁਰਸਿੱਖ ਜਿਹੜਾ ਜਪਜੀ ਸਾਹਿਬ ਮੂੰਹ ਜ਼ਬਾਨੀ ਸ਼ੁੱਧ ਸੁਣਾ ਦੇਵੇ? ਤੇ ਸਾਧ ਸੰਗਤ ਜੀ ਕੋਈ ਨਾ ਉੱਠਿਆ। ਫਿਰ ਦੁਬਾਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ, ਕਹਿੰਦੇ ਸੰਗਤ ਵਿੱਚੋਂ ਕੋਈ ਉੱਠੇ ਤੇ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਇੱਕ ਪਾਠ ਸੁਣਾ ਦੇਵੇ। ਫਿਰ ਸਾਧ ਸੰਗਤ ਜੀ ਕੋਈ ਨਾ ਉੱਠਿਆ। ਜਦੋਂ ਤੀਜੀ ਵਾਰੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਤੇ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਉੱਠੇ ਨੇ। ਉੱਠ ਕਰਕੇ ਸਤਿਗੁਰੂ ਮਹਾਰਾਜ ਦੇ ਕੋਲ ਆਏ। ਗੁਰੂ ਮਹਾਰਾਜ ਜੀ ਨੇ ਆਪਣੇ ਸਿੰਘਾਸਨ ਨਾਲੋਂ ਉੱਚਾ ਸਿੰਘਾਸਨ ਜਿਹੜਾ ਹੈ ਉਹ ਸਾਧ ਸੰਗਤ ਜੀ ਬਣਵਾਇਆ। ਉੱਥੇ ਡਾਹ ਕੇ ਤੇ ਉੱਚੇ ਸਿੰਘਾਸਨ ਦੇ ਉੱਤੇ ਭਾਈ ਗੋਪਾਲਾ ਜੀ ਨੂੰ ਬਿਠਾ ਕਰਕੇ ਪਾਵਨ ਬਾਣੀ ਦਾ ਜਾਪ ਜਿਹੜਾ ਹੈ ਉਹ ਸਰਵਣ ਕਰਵਾਇਆ। ਜਦੋਂ ਭਾਈ ਗੋਪਾਲਾ ਜੀ ਨੇ ਸਾਰਾ ਜਪਜੀ ਸਾਹਿਬ ਸ਼ੁੱਧ ਸੁਣਾ ਦਿੱਤਾ
ਤੇ ਜਦੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਪੌੜੀ ਅਖੀਰਲਾ ਸ਼ਲੋਕ ਜਿਹੜਾ ਹੈ, ਇਹ ਜਦੋਂ ਭਾਈ ਗੋਪਾਲਾ ਜੀ ਪੜ੍ਹ ਰਹੇ ਸਨ, ਉਦੋਂ ਮਨ ਵਿੱਚ ਸ਼ੰਕਾ ਕੀਤਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਰਬ ਕਲਾ ਸਮਰੱਥ ਨੇ। ਮੈਂ ਗੁਰੂ ਮਹਾਰਾਜ ਜੀ ਨੂੰ ਜਪਜੀ ਸਾਹਿਬ ਸੁਣਾਇਆ, ਮੈਨੂੰ ਮਹਾਰਾਜ ਕੀ ਦੇਣਗੇ। ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੋਚਦੇ ਨੇ, ਗੁਰੂ ਦੇ ਸਿੱਖ ਨੇ ਮੈਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ, ਮੈਂ ਇਹਨੂੰ ਕੀ ਦੇਵਾਂ। ਦੋਵੇਂ ਪਾਸੇ ਇਸ ਤਰ੍ਹਾਂ ਦਾ ਫੁਰਨਾ ਉੱਠਿਆ। ਗੁਰੂ ਮਹਾਰਾਜ ਆਖਦੇ ਨੇ, ਕਿਉਂ ਨਾ ਮੈਂ ਸਿੱਖ ਨੂੰ ਧਰਤੀ ਦਾ ਸਾਰਾ ਰਾਜ ਦੇ ਦੇਵਾਂ। ਕਹਿੰਦੇ ਨਹੀਂ ਨਹੀਂ, ਇਹ ਛੋਟਾ ਆ, ਜਪਜੀ ਸਾਹਿਬ ਦਾ ਮਹਾਤਮ ਵੱਡਾ ਹੈ, ਕਿਉਂ ਨਾ ਇਹਨੂੰ ਸਵਰਗਾਂ ਦਾ ਤਿੰਨਾਂ ਲੋਕਾਂ ਦਾ ਰਾਜਾ ਮੈਂ ਬਣਾ ਦੇਵਾਂ। ਕਹਿੰਦੇ ਨਹੀਂ ਨਹੀਂ, ਇਹ ਵੀ ਥੋੜ੍ਹਾ ਹੈ, ਘੱਟ ਹੈ, ਜਪਜੀ ਸਾਹਿਬ ਦਾ ਸ਼ੁੱਧ ਪਾਠ ਦਾ ਮਹਾਤਮ ਜ਼ਿਆਦਾ ਹੈ। ਫਿਰ ਆਖਦੇ ਨੇ, ਕਿਉਂ ਨਾ ਇਸ ਨੂੰ ਗੁਰਤਾ ਗੱਦੀ ਹੀ ਦੇ ਦੇਵਾਂ। ਜਦੋਂ ਇਸ ਤਰ੍ਹਾਂ ਸੋਚ ਕੇ ਗੁਰਤਾ ਗੱਦੀ ਸਿੰਘਾਸਨ 'ਤੇ ਉੱਠਣ ਲੱਗੇ, ਮਹਾਰਾਜ ਆਖਦੇ ਨੇ, ਇਹ ਤਾਂ ਮੈਂ ਦੇਣੀਆਂ ਚੀਜ਼ਾਂ, ਪਰ ਪੁੱਛ ਤਾਂ ਲਈਏ ਸਿੱਖ ਦੇ ਮਨ ਵਿੱਚ ਵੀ ਸਿੱਖ ਦੇ ਮਨ 'ਚ ਕੀ ਚੱਲ ਰਿਹਾ ਹੈ। ਭਾਈ ਗੋਪਾਲਾ ਜੀ ਮਨ 'ਚ ਸੋਚ ਰਹੇ ਨੇ ਕਿ ਗੁਰੂ ਮਹਾਰਾਜ ਜੀ ਨੂੰ ਮੈਂ ਜਪਜੀ ਸਾਹਿਬ ਦਾ ਇੱਕ ਪਾਠ ਸੁਣਾਇਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਜੋ ਕਾਬਲ ਤੋਂ 2 ਘੋੜੇ ਆਏ ਨੇ, ਉਹਨਾਂ 2 ਘੋੜਿਆਂ ਵਿੱਚੋਂ ਮਹਾਰਾਜ ਜੀ ਮੈਨੂੰ ਕੁਝ ਕਹਿਣਗੇ ਨਾ ਵੀ ਤੈਨੂੰ ਕੀ ਚਾਹੀਦਾ, ਤੇ ਮੈਂ ਮਹਾਰਾਜ ਪਾਸੋਂ ਇੱਕ ਘੋੜਾ ਮੰਗ ਲਵਾਂਗਾ। ਤੇ ਸਤਿਗੁਰੂ ਮਹਾਰਾਜ ਜੀ ਉਹਦੇ ਮਨ ਦੀ ਜਾਣ ਕੇ ਮੁਸਕਰਾਏ ਤੇ ਮਨ 'ਚ ਸੋਚਿਆ ਕਿ ਗੁਰਤਾ ਗੱਦੀ ਦੇ ਦਾਤ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ। ਬੈਠ ਗਏ ਨੇ ਮਹਾਰਾਜ ਸਿੰਘਾਸਨ ਦੇ ਉੱਤੇ। ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾ ਕਰਕੇ ਫਤਿਹ ਬੁਲਾਈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਗੋਪਾਲਾ ਜੀ, ਅਸੀਂ ਤਾਂ ਤੁਹਾਨੂੰ ਗੁਰਤਾ ਗੱਦੀ ਦੇਣ ਲੱਗੇ ਸੀ, ਪਰ ਤੁਸੀਂ ਤਾਂ ਘੋੜਾ ਮੰਗਿਆ। ਕਹਿੰਦੇ ਲਿਆਓ ਭਾਈ ਗੁਰਸਿੱਖੋ, ਘੋੜਾ ਲਿਆਓ। ਘੋੜਾ ਲਿਆਂਦਾ। ਕਹਿੰਦੇ ਇਹਦੇ 'ਤੇ ਸੋਨੇ ਦੀ ਕਾਠੀ ਪਵਾਓ। ਘੋੜੇ 'ਤੇ ਸਾਧ ਸੰਗਤ ਜੀ ਸੋਨੇ ਦੀ ਕਾਠੀ ਪਵਾਈ। ਫਿਰ ਕਹਿੰਦੇ ਨੇ 2 ਬੋਰੀਆਂ ਜਿਹੜੀਆਂ ਨੇ ਉਹ ਸੋਨੇ ਨਾਲ ਲੱਦ ਕੇ ਘੋੜੇ 'ਤੇ ਸਾਧ ਸੰਗਤ ਜੀ ਰੱਖ ਦਿਓ, ਲਮਕਾ ਦਿਓ। ਫਿਰ ਭਾਈ ਗੋਪਾਲਾ ਜੀ ਨੂੰ ਕਿਹਾ, ਕਹਿੰਦੇ ਭਾਈ ਗੋਪਾਲਾ ਜੀ, ਤੁਸੀਂ ਸਾਨੂੰ ਜਪਜੀ ਸਾਹਿਬ ਦਾ ਇੱਕ ਸ਼ੁੱਧ ਪਾਠ ਸੁਣਾਇਆ। ਕਹਿੰਦੇ ਜਾਓ, ਤੁਹਾਨੂੰ ਬ੍ਰਹਮ ਗਿਆਨ ਦਾ ਦਾਤ, ਬ੍ਰਹਮ ਗਿਆਨ ਦਾ ਦਾਨ ਦੇ ਦਿੱਤਾ ਹੈ, ਤੇ ਤੁਹਾਡੀਆਂ 21 ਕੁਲਾਂ ਜਿਹੜੀਆਂ ਨੇ ਉਹ ਤਰ ਜਾਣਗੀਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਪਾਠ ਇਕਾਗਰਤਾ ਦੇ ਨਾਲ ਸ਼ੁੱਧ ਕਰਨ ਦਾ ਇੰਨਾ ਮਹੱਤਮ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਿਸੇ ਗੁਰਮੁਖ ਨੂੰ ਗੁਰਬਾਣੀ ਦਾ ਇੱਕ ਸ਼ਬਦ ਸਿਖਾ ਦਿਓ। ਕਹਿੰਦੇ 7 ਮੰਦਰ ਸੋਨੇ ਦੇ ਦਾਨ ਦੇਣ ਜਿੰਨਾ ਪੁੰਨ ਲੱਗਦਾ ਹੈ, ਬਾਣੀ ਪੜ੍ਹਨ ਦਾ ਇੰਨਾ ਮਹੱਤਮ ਹੈ। ਬਾਣੀ ਨੂੰ ਮੱਥਾ ਟੇਕਣ ਦਾ ਮਹੱਤਮ ਹੈ। ਕਰ ਡੰਡਾਉਤ ਪੁੰਨ ਵੱਡਾ ਹੈ। ਬਾਣੀ ਨੂੰ ਸੁਣਨ ਦਾ ਬੜਾ ਮਹੱਤਮ ਹੈ। ਕੀਰਤਨ ਸੁਣਨ ਦਾ, ਕਥਾ ਸੁਣਨ ਦਾ ਵੱਡਾ ਮਹੱਤਮ ਹੈ। ਮੱਥਾ ਟੇਕਣ ਦਾ ਵੱਡਾ ਮਹੱਤਮ ਹੈ। ਇਸ ਕਰਕੇ ਕਲਯੁਗ ਦੇ ਵਿੱਚ ਸਾਧ ਸੰਗਤ ਜੀ ਪੁੰਨ ਖੱਟਣੇ ਨੇ, ਤੇ ਬਾਣੀ ਪੜ੍ਹੋ, ਬਾਣੀ ਦਾ ਜਾਪ ਕਰੋ। ਭਾਈ ਗੁਰਦਾਸ ਜੀ ਆਖਦੇ ਨੇ, ਸ਼ਬਦ ਸੁਰਤ ਆਪਾ ਖੋਏ, ਗੁਰਦਾਸ ਹੋਏ, ਵਰਤੈ ਵਰਤਮਾਨ ਗੁਰ ਉਪਦੇਸ ਕੈ। ਕਹਿੰਦੇ ਗੁਰੂ ਦਾ ਸਿੱਖ ਸ਼ਬਦ ਸੁਰਤੀ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਕਰਦਾ ਹੈ। ਆਪਣੀ ਸੁਰਤੀ ਨੂੰ ਸ਼ਬਦ ਵਿੱਚ ਮੇਲ ਕਰਕੇ ਆਪਾ ਖੋਏ, ਆਪਣਾ ਆਪ ਜਿਹੜਾ ਹੈ, ਜੋ ਈਗੋ ਹੈ ਉਹਦੇ ਹਿਰਦੇ ਦਾ, ਉਹ ਸਾਧ ਸੰਗਤ ਜੀ ਨਾਸ਼ ਕਰ ਲੈਂਦਾ ਹੈ। ਗੁਰਦਾਸ ਹੋਏ, ਗੁਰੂ ਦਾ ਦਾਸ ਬਣ ਕੇ ਰਹਿ ਜਾਂਦਾ ਹੈ। ਵਰਤੈ ਵਰਤਮਾਨ ਗੁਰ ਉਪਦੇਸਕੈ। ਤੇ ਵਰਤਮਾਨ ਵਿੱਚ ਪ੍ਰੈਜ਼ੈਂਟ ਟੈਂਸ ਦੇ ਵਿੱਚ ਵਰਤਦਾ ਹੈ। ਪੁਰਾਣੀਆਂ ਗੱਲਾਂ ਤੇ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਨੂੰ ਤਿਆਗ ਕਰਕੇ
ਹੁਣ ਜੋ ਚੱਲ ਰਿਹਾ ਹੈ, ਅੱਜ ਦੇ ਦਿਨ ਜੋ ਕਰਨਾ ਉਹਦੇ ਵਿੱਚ ਧਿਆਨ ਰੱਖਦਾ ਹੈ ਗੁਰੂ ਦਾ ਸਿੱਖ। ਹੋਨਹਾਰ ਹੋਈ ਜੋਈ ਜੋਈ ਸੋਈ ਸੋਈ ਭਲੋ, ਪੂਰਨ ਬ੍ਰਹਮ ਗਿਆਨ ਧਿਆਨ ਪਰ ਵੇ ਸਕੈ। ਤੇ ਗੁਰੂ ਦੇ ਸਿੱਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਹੋਨਹਾਰ, ਜੋ ਕੁਝ ਵੀ ਹੋਣ ਵਾਲਾ ਹੈ ਹੋਈ ਉਹ ਹੋ ਕੇ ਰਹੇਗਾ। ਜੋਈ ਜੋਈ ਸੋਈ ਸੋਈ ਭਲੋ, ਜੋ ਜੋ ਵੀ ਹੋਵੇਗਾ ਉਹ ਹੀ ਚੰਗਾ ਹੀ ਹੋਵੇਗਾ। ਇਹੀ ਸਾਧ ਸੰਗਤ ਜੀ ਗੁਰੂ ਦੇ ਸਿੱਖ ਦੀ ਆਤਮਾ ਜਿਹੜੀ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਰਜ਼ਾ ਟਿਕੀ ਹੈ, ਉਹਦੇ ਅਨੁਸਾਰ ਭਾਈ ਗੁਰਦਾਸ ਜੀ ਆਖਦੇ ਨੇ, ਹੋਨਹਾਰ ਹੋਈ ਜੋਈ ਜੋਈ ਸੋਈ ਸੋਈ ਭਲੋ। ਜੋ ਕੁਝ ਵੀ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਉਹ ਭਲੋ ਚੰਗਾ ਹੀ ਹੋਵੇਗਾ। ਜੋ ਵੀ ਕੁਝ ਹੋ ਰਿਹਾ ਹੈ ਉਹ ਭਲਾ ਹੀ ਹੋ ਰਿਹਾ ਹੈ, ਤੇ ਜੋ ਵੀ ਕੁਝ ਹੋਇਆ ਪਿਛਲੇ ਸਮਿਆਂ ਦੇ ਵਿੱਚ ਉਹ ਸਾਰਾ ਕੁਝ ਚੰਗਾ ਹੀ ਹੋਇਆ ਹੈ। ਇਹ ਪਰਮ ਸਮਰਪਣ ਦੀ ਭਾਵਨਾ ਹੈ ਗੁਰੂ ਦੇ ਸਿੱਖ ਦੀ। ਪਰਮੇਸ਼ਰ ਦੇ ਰਜ਼ਾ ਨੂੰ 100% ਮੰਨ ਲੈਣਾ। ਅਸੀਂ 100% ਮੰਨਦੇ ਨਹੀਂ, ਅਸੀਂ ਕਿਤੇ ਨਾ ਕਿਤੇ ਆਪਣੀ ਸਿਆਣਪ, ਆਪਣੇ ਮਨ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕਰਕੇ ਚਾਹੁੰਦੇ ਹਾਂ ਕਿ ਸਾਡੀ ਮਨ ਦੀ ਭਾਵਨਾ ਜਿਹੜੀ ਹੈ ਇਸ ਤਰ੍ਹਾਂ ਦੀ ਹੈ, ਜੇ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਚੰਗਾ। ਪਰ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ, ਕਿਹੜਾ ਕਵੇ ਰੱਬ ਨੂੰ ਵੀ ਰੱਬਾ ਇੱਦਾਂ ਨੇ ਇੱਦਾਂ ਕਰ। ਇਸ ਕਰਕੇ ਭਾਈ, ਜੋ ਵਾਹਿਗੁਰੂ ਦੀ ਰਜ਼ਾ ਹੈ, ਜੋ ਪਰਮੇਸ਼ਰ ਦਾ ਹੁਕਮ ਹੈ, ਉਹ ਹੁਕਮ ਦੇ ਅਨੁਸਾਰ ਹੀ ਸਾਰੇ ਜੀਵ ਜਿਹੜੇ ਨੇ ਚੱਲਦੇ ਨੇ। ਤੇ ਗੁਰਮੁਖ ਹੁਕਮ ਵਿੱਚ ਰਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਜਿਹੜੀ ਉਹ ਪ੍ਰਾਪਤ ਕਰਦੇ ਨੇ। ਜਿਵੇਂ ਇੱਕ ਪਿਓ, ਉਹਦੇ 4 ਪੁੱਤਰ ਨੇ। ਇੱਕ ਪੁੱਤਰ ਸਾਧ ਸੰਗਤ ਜੀ ਪੈਰਾਂ ਦੀ ਸੇਵਾ ਕਰ ਰਿਹਾ ਹੈ, ਮੁੱਠੀ ਚਾਪੀ ਕਰ ਰਿਹਾ ਹੈ। ਇੱਕ ਪੁੱਤਰ ਸਿਰ 'ਚ ਤੇਲ ਝੱਸ ਰਿਹਾ ਹੈ। ਦੂਜਾ ਪੁੱਤਰ ਉਹ ਸਾਧ ਸੰਗਤ ਜੀ ਹੱਥਾਂ ਨੂੰ ਘੁੱਟ ਰਿਹਾ ਹੈ। ਚੌਥਾ ਪੁੱਤਰ ਜਿਹੜਾ ਹੈ ਉਹ ਰਸੋਈ ਦੇ ਵਿੱਚ ਆਟਾ ਗੁੰਨ ਰਿਹਾ ਹੈ, ਪ੍ਰਸ਼ਾਦਾ ਬਣਾ ਰਿਹਾ ਹੈ। ਸੇਵਾ ਸਾਰੇ ਹੀ ਕਰ ਰਹੇ ਨੇ, ਸਾਰੀ ਦੁਨੀਆ ਸੇਵਾ ਕਰ ਰਹੀ ਹੈ। ਪਿਓ ਨੇ ਕਿਹਾ, ਜੋ ਪੈਰਾਂ ਦੀ ਸੇਵਾ ਕਰ ਰਿਹਾ ਹੈ, ਪੁੱਤਰ ਜੀ ਤੇਲ ਲੱਗੀ ਹੈ, ਜਲ ਛਕਾਓ। ਤੇ ਜਦੋਂ ਪਿਓ ਦਾ ਹੁਕਮ ਹੋਇਆ ਤੇ ਸਾਧ ਸੰਗਤ ਜੀ ਪੁੱਤਰ ਨੇ ਆਖਿਆ, ਜਵਾਬ ਦਿੱਤਾ, ਕਹਿੰਦੇ ਪਿਤਾ ਜੀ ਮੇਰੇ ਹੱਥ ਥੰਦੇ ਨੇ, ਤੇਲ ਨਾਲ ਲਿਬੜੇ ਹੋਏ ਨੇ, ਆਪ ਜੀ ਕਿਸੇ ਹੋਰ ਨੂੰ ਕਹਿ ਦਿਓ ਜਲ ਛਕਾਉਣ ਵਾਸਤੇ। ਜਿਹਨੇ ਸਾਧ ਸੰਗਤ ਜੀ ਸਿਰ 'ਚ ਤੇਲ ਝੱਸ ਰਿਹਾ ਸੀ, ਉਹਨੂੰ ਕਿਹਾ ਵੀ ਗੁਰਮੁਖਾ ਪੁੱਤਰ ਜੀ ਤੂੰ ਹੀ ਜਲ ਛਕਾ ਦੇ, ਤੇ ਲੱਗੀ ਹੈ। ਉਹਨੇ ਵੀ ਸਾਧ ਸੰਗਤ ਜੀ ਕਿਹਾ ਵੀ ਪਿਤਾ ਜੀ ਮੇਰੇ ਤਾਂ ਹੱਥ ਤੇਲ ਦੇ ਨਾਲ ਲਿਬੜੇ ਨੇ, ਥੰਦੇ ਨੇ, ਤੁਸੀਂ ਕਿਸੇ ਹੋਰ ਨੂੰ ਕਹੋ। ਜੋ ਹੱਥ ਦੀ ਸੇਵਾ ਕਰ ਰਿਹਾ ਸੀ ਉਹਨੇ ਵੀ ਸਾਧ ਸੰਗਤ ਜੀ ਜਵਾਬ ਦੇ ਦਿੱਤਾ। ਜਿਹੜਾ ਰਸੋਈ 'ਚ ਆਟਾ ਗੁੰਨ ਰਿਹਾ ਸੀ ਉਹਨੂੰ ਆਵਾਜ਼ ਮਾਰੀ, ਕਹਿੰਦੇ ਪੁੱਤਰਾ ਤੇਲ ਲੱਗੀ ਹੈ, ਜਲ ਛਕਾ। ਉਹਨੇ ਸਾਧ ਸੰਗਤ ਜੀ ਛੇਤੀ ਦੇ ਨਾਲ 7 ਬਚਨ ਕਿਹਾ। 7 ਬਚਨ ਕਹਿ ਕਰਕੇ ਸਾਧ ਸੰਗਤ ਜੀ ਹੱਥ ਸਾਫ਼ ਕੀਤੇ, ਗਲਾਸ ਮਾਂਜ ਕੇ ਗਲਾਸ ਜਲ ਨਾਲ ਭਰ ਕੇ ਛੇਤੀ ਦੇ ਨਾਲ ਪਿਓ ਕੋਲ ਲੈ ਕਰਕੇ ਆਇਆ। ਪਿਤਾ ਜੀ ਨੇ ਉੱਠ ਕਰਕੇ ਜਲ ਛਕਿਆ। ਜਲ ਛਕ ਕਰਕੇ ਜੋ ਅੰਦਰੋਂ ਬਲੈਸਿੰਗਸ, ਜੋ ਭਾਵਨਾਵਾਂ ਪੈਦਾ ਹੋਈ, ਪਿਓ ਨੇ ਕਿਹਾ ਕਿ ਪੁੱਤਰਾ ਤੇਰਾ ਭਲਾ ਹੋਵੇ। ਸੇਵਾ ਤਾਂ ਸਾਰੇ ਹੀ ਕਰ ਰਹੇ ਨੇ, ਪਰ ਪਾਵਨ ਬਾਣੀ ਦਾ ਫਰਮਾਨ ਹੈ, ਆਗਿਆ ਸਮ ਨਹੀਂ ਸਾਹਿਬ ਸੇਵਾ। ਜਿਹੜਾ ਭਾਈ ਗੁਰੂ ਦੀ ਆਗਿਆ ਦੇ ਵਿੱਚ ਚੱਲਣਾ ਹੈ, ਇਹਦੇ ਨਾਲੋਂ ਵੱਡੀ ਕੋਈ ਸੇਵਾ ਨਹੀਂ। ਸੇਵਾ ਜਿਹੜੀ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾ ਖਸਮੇ ਕਾ ਮਹਿਲ ਪਾਏ ਸੀ। ਉਸ ਪਰਮੇਸ਼ਰ ਦੇ ਹੁਕਮ ਵਿੱਚ, ਰਜ਼ਾ ਵਿੱਚ ਚੱਲਣਾ
ਇਹਦੇ ਨਾਲੋਂ ਵੱਡੀ ਕੋਈ ਸੇਵਾ ਨਹੀਂ। ਪੂਰਨ ਬ੍ਰਹਮ ਗਿਆਨ ਧਿਆਨ ਪਰਵੇਸ਼ ਕੈ। ਭਾਈ ਗੁਰਦਾਸ ਜੀ ਆਖਦੇ ਨੇ ਪੂਰਨ ਬ੍ਰਹਮ ਜੋ ਪਰਮੇਸ਼ਰ ਤਿੰਨਾਂ ਕਾਲਾਂ ਦੇ ਵਿੱਚ ਵਿਆਪਕ ਹੈ, ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ, ਇੱਕ ਰਸ ਨਿਰੰਤਰ, ਉਹਦਾ ਗਿਆਨ, ਉਹਦਾ ਧਿਆਨ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਗੁਰਮੁਖ ਜਿਹੜੇ ਨੇ ਉਹਨਾਂ ਨੂੰ ਸਾਧ ਸੰਗਤ ਜੀ ਬ੍ਰਹਮ ਦਾ ਗਿਆਨ ਅਤੇ ਬ੍ਰਹਮ ਦਾ ਧਿਆਨ, ਉਹਨਾਂ ਦਾ ਧਿਆਨ ਹਮੇਸ਼ਾ ਬ੍ਰਹਮ ਵਿੱਚ ਰਹਿੰਦਾ ਹੈ ਅਤੇ ਉਹਨਾਂ ਨੂੰ ਗਿਆਨ ਵੀ ਅਕਾਲ ਪੁਰਖ ਵਾਹਿਗੁਰੂ ਦਾ ਹੋ ਗਿਆ ਹੈ। ਨਾਮ ਨਹਿ ਕਾਮ ਧਾਮ ਸਹਿਜ ਸੁਭਾਏ ਚਾਏ, ਪ੍ਰੇਮ ਰਸ ਰਸਕ ਹੋਏ ਅੰਮ੍ਰਿਤ ਅਵੇਸ ਕੈ। ਕਿਨ ਨਾਮ ਜਪਦੇ ਨੇ ਤਿੰਨੇ ਕਾਮ ਨਿਸ਼ਕਾਮ ਭਾਵਨਾ ਦੇ ਨਾਲ, ਕਿਉਂਕਿ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ, ਮਨ ਨਾਮ ਦੇ ਨਾਲ ਭਰ ਗਿਆ ਹੈ। ਸੱਚਖੰਡ ਰੂਪੀ ਧਾਮ ਦੀ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ ਹੈ। ਸੁਤੇ ਸਿੱਧ ਸਿਮਰਨ ਕਰ ਚੱਲਦਾ ਹੈ, ਸੁਤੇ ਸਿੱਧ ਸੇਵਾ ਹੋ ਰਹੀ ਹੈ, ਸੁਤੇ ਸਿੱਧ ਕੋਈ ਖਿੱਚ ਧੂ ਨਹੀਂ, ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੈ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸਾਰੇ ਕਾਰਜ ਹੋ ਰਹੇ ਨੇ। ਪ੍ਰੇਮ ਰਸ ਰਸਕ ਹੋਏ ਅੰਮ੍ਰਿਤ ਅਵੇਸ ਕੈ। ਅਤੇ ਪ੍ਰੇਮੀ ਸਾਧ ਸੰਗਤ ਜੀ ਗੁਰੂ ਘਰ ਦੇ, ਗੁਰੂ ਦੇ ਪ੍ਰੇਮੀ ਰਸੀਕ ਬਣ ਕਰਕੇ ਮੌਤ ਤੋਂ ਰਹਿਤ ਜੋ ਪਰਮੇਸ਼ਰ ਦਾ ਨਾਮ ਹੈ ਉਹਦੇ ਸਾਧ ਸੰਗਤ ਚਾਹਵਾਨ ਬਣਦੇ ਨੇ। ਅਨੁਭਵੀ ਰਸ, ਅਨੁਭਵੀ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਅੱਗੇ ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਸਤ ਰੂਪ ਸਤ ਨਾਮ ਸਤ ਗੁਰ ਗਿਆਨ ਧਿਆਨ, ਪੂਰਨ ਸਰਬਮਈ ਆਦਿ ਕਉ ਆਦੇਸ ਕੈ। ਕਹਿੰਦੇ ਸਤ ਰੂਪ, ਉਹ ਸਤਿਗੁਰੂ ਦਾ ਰੂਪ ਸੱਚਾ ਹੈ। ਸਤ ਕਹਿੰਦੇ ਨੇ ਤ੍ਰਿਕਾਲ ਆਬਾਦ, ਤਿੰਨਾਂ ਸਮਿਆਂ ਦੇ ਵਿੱਚ ਜਿਹੜਾ ਸੱਚਾ ਹੈ ਉਹਨੂੰ ਸਤ ਆਖਦੇ ਨੇ। ਉਹਦਾ ਰੂਪ ਵੀ ਸੱਚਾ ਹੈ। ਉਹਦਾ ਰੂਪ ਤਿੰਨਾਂ ਕਾਲਾਂ ਦੇ ਵਿੱਚ ਸੱਚਾ ਇਸ ਵਾਸਤੇ ਹੈ ਕਿਉਂਕਿ ਉਸ ਦੇ ਰੂਪ ਨੂੰ ਸਮਾਂ ਅਤੇ ਮੌਤ ਜਿਹੜੀ ਹੈ ਉਹ ਵਿਆਪਦੀ ਨਹੀਂ। ਇਸ ਕਰਕੇ ਉਹਦਾ ਰੂਪ ਸਮੇਂ ਤੋਂ ਵੀ ਪਰੇ ਹੈ, ਉਹਦਾ ਰੂਪ ਮੌਤ ਤੋਂ ਵੀ ਪਰੇ ਹੈ। ਇਸ ਕਰਕੇ ਉਹ ਸਤ ਰੂਪ ਹੈ। ਫਿਰ ਸਤ ਨਾਮ, ਇਹ ਦੋਵੇਂ ਪਦ ਜਿਹੜੇ ਨੇ ਵੱਖੋ ਵੱਖਰੇ ਨੇ। ਸਤ ਕਹਿੰਦੇ ਨੇ ਤਿੰਨਾਂ ਸਮਿਆਂ ਦੇ ਵਿੱਚ, ਨਾਮ ਕਹਿੰਦੇ ਨੇ ਉਹ ਪ੍ਰਸਿੱਧ ਹੈ ਤਿੰਨਾਂ ਸਮਿਆਂ ਦੇ ਵਿੱਚ, ਅਤੇ ਜਦੋਂ ਸਮਾਂ ਨਹੀਂ ਸੀ ਉਦੋਂ ਵੀ ਉਹ ਪ੍ਰਸਿੱਧ ਸੀ। ਇਸ ਕਰਕੇ ਉਹ ਸਤ ਨਾਮ ਹੈ। ਅਤੇ ਸਤ ਗੁਰ ਜੋ ਅਗਿਆਨ ਦੇ ਹਨੇਰੇ ਨੂੰ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰ ਰਹੇ, ਉਸ ਨੂੰ ਸਤ ਗੁਰ ਆਖਦੇ ਨੇ। ਉਹਦਾ ਗਿਆਨ ਅਤੇ ਉਹਦਾ ਧਿਆਨ ਗੁਰਮੁਖਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ। ਪੂਰਨ ਸਰਬਮਈ ਆਦਿ ਕਉ ਆਦੇਸ ਹੈ, ਜੋ ਸਾਰਿਆਂ ਦੇ ਵਿੱਚ ਪਰਿਪੂਰਨ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਉਸ ਆਦਿ ਪੁਰਖ ਨੂੰ ਸਾਡੀ ਹਮੇਸ਼ਾ ਹਮੇਸ਼ਾ ਆਦੇਸ਼ ਕਹਿੰਦੇ ਨੇ, ਬੰਦਨਾ ਹੈ ਭਾਈ, ਨਮਸਕਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਸ਼ਬਦ ਸੁਰਤ ਆਪਾ ਖੋਏ ਗੁਰਦਾਸ ਹੋਏ, ਬਾਲ ਬੁੱਧ ਸੁਧ ਨ ਕਰਤ ਮੋਹ ਦਰੋਹ ਕੀ। ਭਾਈ ਗੁਰਦਾਸ ਜੀ ਆਖਦੇ ਨੇ ਗੁਰਮੁਖ ਜਿਹੜੇ ਨੇ ਉਹਨਾਂ ਦੀ ਸਾਧ ਸੰਗਤ ਜੀ ਮਨ ਦੀ ਬਿਰਤੀ ਜਿਹੜੀ ਹੈ ਉਹ ਸ਼ਬਦ ਸੁਰਤ ਦੇ ਵਿੱਚ ਲਿਵਲੀਨ ਹੋਈ ਰਹਿੰਦੀ ਹੈ। ਮਨ ਸਾਧ ਸੰਗਤ ਜੀ ਉਹਨਾਂ ਦਾ ਗੁਰੂ ਦੇ ਚਰਨਾਂ ਤੋਂ ਦੂਰ ਨਹੀਂ ਜੇ ਜਾਂਦਾ। ਆਪਾ ਖੋਏ, ਆਪਣਾ ਆਪ ਛੱਡ ਕਰਕੇ, ਆਪਣੇ ਈਗੋ ਨੂੰ ਮਾਰ ਕਰਕੇ ਉਹ ਗੁਰੂ ਦੇ ਦਾਸ ਬਣੇ ਰਹਿੰਦੇ ਨੇ। ਬਾਲ ਬੁੱਧ, ਉਹਨਾਂ ਦੀ ਬੁੱਧੀ ਜਿਹੜੀ ਹੈ ਬਾਲਕਾਂ ਵਰਗੀ ਹੁੰਦੀ ਹੈ। ਜਿਵੇਂ ਛੋਟੇ ਬੱਚੇ ਹੁੰਦੇ ਨੇ ਨਾ, ਉਹ ਸਾਧ ਸੰਗਤ ਜੀ ਸਵੇਰੇ ਲੜਦੇ ਨੇ ਅਤੇ ਮਿੰਟ 'ਚ ਫਿਰ ਦੋਸਤ ਬਣ ਜਾਂਦੇ ਨੇ, ਫਿਰ ਲੜਦੇ ਨੇ, ਫਿਰ ਮਿੱਤਰਤਾ ਹੀ ਹੋ ਜਾਂਦੀ ਹੈ। ਅਤੇ ਫਿਰ ਸਾਧ ਸੰਗਤ ਜੀ ਬੱਚੇ ਨੂੰ ਕੀ ਹੈ, ਖਾ ਲਿਆ ਅਤੇ ਖੇਡ ਲਿਆ ਅਤੇ ਸੌਂ ਗਏ। ਇਹੀ ਬੱਚੇ ਕੰਮ ਕਰਦੇ ਨੇ। ਇਸ ਤਰ੍ਹਾਂ ਹੀ ਰੱਬ ਵੀ ਸਾਧ ਸੰਗਤ ਜੀ ਬੱਚਿਆਂ ਵਰਗਾ ਹੀ ਹੁੰਦਾ ਹੈ। ਰੱਬ ਵਿੱਚ, ਬ੍ਰਹਮ ਗਿਆਨੀ ਵਿੱਚ ਅਤੇ ਬਾਲਕ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਜਿਵੇਂ ਸਾਧ ਸੰਗਤ ਜੀ ਬੱਚਿਆਂ ਨੂੰ ਕ੍ਰੋਧ ਨਹੀਂ ਜਿਉਂਦਾ, ਜਿਵੇਂ ਬੱਚਿਆਂ ਨੂੰ ਕਾਮ ਨਹੀਂ ਸਤਾਉਂਦਾ,
ਜਿਵੇਂ ਬੱਚਿਆਂ ਦੇ ਮਨ 'ਚ ਹੰਕਾਰ ਨਹੀਂ ਹੁੰਦਾ, ਜਿਵੇਂ ਬੱਚਿਆਂ ਦਾ ਮਨ ਬੜਾ ਨਿਰਛਲ ਹੁੰਦਾ ਹੈ, ਨਿਸ਼ਕਪਟ ਹੁੰਦਾ ਹੈ, ਜੋ ਉਹਨਾਂ ਦੇ ਢਿੱਡ ਵਿੱਚ ਹੈ ਉਹੀ ਉਹਨਾਂ ਦੇ ਮੂੰਹ ਵਿੱਚ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਛੋਟੇ ਬੱਚੇ ਜਿਹੜੇ ਨੇ ਨਿਰਛਲ ਹੁੰਦੇ ਹਨ। ਇਸ ਕਰਕੇ ਬੱਚਿਆਂ ਦੇ ਨਾਲ ਬਹੁਤਾ ਪਿਆਰ ਇਸੇ ਵਾਸਤੇ ਪੈਦਾ ਹੁੰਦਾ ਹੈ ਕਿਉਂਕਿ ਉਹ ਨਿਸ਼ਕਪਟ ਹੁੰਦੇ ਨੇ, ਨਿਰਛਲ ਹੁੰਦੇ ਹਨ। ਅਤੇ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਜਿਹੜੇ ਨੇ ਉਹ ਵੀ ਨਿਰਛਲ ਹੁੰਦੇ ਨੇ, ਨਿਸ਼ਕਪਟ ਹੁੰਦੇ ਨੇ। ਕੋਈ ਸਾਧ ਸੰਗਤ ਜੇ ਚੰਗਾ ਕਹੇ ਤਾਂ ਉਹ ਹੰਕਾਰੀ ਨਹੀਂ ਬਣਦੇ, ਕੋਈ ਨਿੰਦਿਆ ਕਰੇ ਤਾਂ ਸਾਧ ਸੰਗਤ ਜੀ ਉਹਨਾਂ ਦੇ ਮਨ ਵਿੱਚ ਹੀਣ ਭਾਵਨਾ ਨਹੀਂ ਪੈਦਾ ਹੁੰਦੀ। ਇਸ ਤਰ੍ਹਾਂ ਗੁਰਮੁਖਾਂ ਦੀ ਬਾਲ ਬੁੱਧ ਵਾਲੀ ਅਵਸਥਾ ਹੁੰਦੀ ਹੈ। ਸੁਧ ਨਾ ਕਰਤ ਮੋਹ ਦਰੋਹ ਕੀ, ਕਿਸੇ ਨਾਲ ਮੋਹ ਨਹੀਂ ਕਰਦੇ, ਕਿਸੇ ਦੇ ਨਾਲ ਦਰੋਹ ਦਵੈਸ਼ ਦੁਈ ਦਵੈਤ ਨਹੀਂ ਕਰਦੇ, ਕਿਸੇ ਦਾ ਮਾੜਾ ਨਹੀਂ ਚਿਤਵਦੇ, ਕਿਸੇ ਦੇ ਬਾਰੇ ਸਾਧ ਸੰਗਤ ਜੀ ਮਾੜੀ ਭਾਵਨਾ ਜਿਹੜੀ ਹੈ ਉਹ ਮਨ ਵਿੱਚ ਰੱਖਦੇ ਨਹੀਂ। ਇਸ ਤਰ੍ਹਾਂ ਗੁਰਮੁਖ ਜਿਹੜੇ ਨੇ ਬਾਲਕਾਂ ਵਾਲੀ ਉਹਨਾਂ ਦੀ ਅਵਸਥਾ ਹੁੰਦੀ ਹੈ। ਸ਼ਰਵਨ ਉਸਤਤ ਨਿੰਦਾ ਸਮ ਤੋਲ ਸਰਵ ਸਰੁਤ ਲਿਵ, ਲੋਚਨ ਧਿਆਨ ਲਿਵ ਕੰਚਨ ਔ ਲੋਹ ਕੀ। ਕੰਨਾਂ ਦੇ ਨਾਲ ਉਸਤਤੀ, ਕੰਨਾਂ ਦੇ ਨਾਲ ਨਿੰਦਿਆ, ਉਹਨਾਂ ਵਾਸਤੇ ਸਮਤੁਲ ਸੁਰਤ ਲਿਵ, ਉਹਨਾਂ ਦੇ ਵਾਸਤੇ ਉਹਨਾਂ ਦੀ ਮਨ ਦੀ ਬਿਰਤੀ ਇੱਕ ਸਮਾਨ ਹੈ। ਉਹ ਸਾਧ ਸੰਗਤ ਜੀ ਉਸਤਤੀ ਅਤੇ ਨਿੰਦਿਆ ਨੂੰ ਇੱਕ ਸਮਾਨ ਗਿਣਦੇ ਨੇ। ਸਾਡੇ ਮਨ ਦੀ ਭਾਵਨਾ ਹੁੰਦੀ ਹੈ ਵੀ ਜੇ ਕੋਈ ਉਸਤਤੀ ਕਰੇ, ਕੋਈ ਚੰਗਾ ਕਹੇ ਤਾਂ ਅਸੀਂ ਹੰਕਾਰੀ ਹੋ ਜਾਂਦੇ ਹਾਂ। ਅਸੀਂ ਸੋਚਦੇ ਹਾਂ ਵੀ ਇਹ ਸਾਡਾ ਮਿੱਤਰ ਹੈ, ਇਹ ਸਾਡੀ ਵਡਿਆਈ ਕਰ ਰਿਹਾ ਹੈ। ਅਤੇ ਜਿਹੜਾ ਕੋਈ ਨਿੰਦਿਆ ਕਰੇ, ਮਾੜਾ ਕਹੇ, ਅਸੀਂ ਸੋਚਦੇ ਹਾਂ ਵੀ ਇਹ ਸਾਡਾ ਦੁਸ਼ਮਣ ਹੈ, ਇਹ ਸਾਡਾ ਵੈਰੀ ਹੈ। ਪਰ ਗੁਰਮੁਖ ਜਿਹੜੇ ਨੇ ਕੰਨਾਂ ਦੇ ਨਾਲ ਨਿੰਦਿਆ ਉਸਤਤ ਸੁਣਦੇ ਨਹੀਂ, ਅਤੇ ਜੇ ਸੁਣ ਵੀ ਲੈਣ ਤਾਂ ਉਹਨਾਂ ਦੇ ਮਨ 'ਤੇ ਕੋਈ ਅਸਰ ਨਹੀਂ। ਉਹ ਦੋਹਾਂ ਨੂੰ ਇੱਕ ਸਮਾਨ ਜਾਣਦੇ ਨੇ। ਇਸ ਤਰ੍ਹਾਂ ਉਹਨਾਂ ਦੀ ਮਨ ਦੀ ਬਿਰਤੀ ਜਿਹੜੀ ਹੈ ਵਾਹਿਗੁਰੂ ਦੇ ਨਾਲ ਇੱਕ ਮਿਕਤਾ ਹੋਈ ਹੁੰਦੀ ਹੈ। ਲੋਚਨ ਧਿਆਨ ਲਿਵ ਕੰਚਨ ਔ ਲੋਹ ਕੀ, ਕਹਿੰਦੇ ਨੇਤਰਾਂ ਦੇ ਨਾਲ ਉਹ ਧਿਆਨ ਜਿਹੜਾ ਹੈ ਵਾਹਿਗੁਰੂ ਦੇ ਸ਼ਬਦ ਦਾ ਲਾਉਂਦੇ ਨੇ। ਧਿਆਨ ਜਿਹੜਾ ਹੈ ਨਾ, ਇਹ ਵੱਖੋ ਵੱਖਰਾ ਵਿਦਵਾਨਾਂ ਨੇ ਕਥਨ ਕੀਤਾ ਹੈ। ਇੱਕ ਤਾਂ ਧਿਆਨ ਹੈ ਫੋਟੋ ਦਾ, ਜਿਵੇਂ ਆਪਾਂ ਫੋਟੋ ਵੇਖਦੇ ਹਾਂ ਅਤੇ ਫੋਟੋ ਵਿੱਚ ਜਿਹੋ ਜਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਰੂਪ ਹੈ, ਜਾਂ ਫਿਰ ਫੋਟੋ ਦੇ ਵਿੱਚ ਜਿਹੋ ਜਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਰੂਪ ਹੈ, ਉਹੋ ਜਿਹਾ ਸਰੂਪ ਅੱਖਾਂ ਬੰਦ ਕਰਕੇ ਅਸੀਂ ਧਿਆਨ ਲਾਉਂਦੇ ਹਾਂ। ਉਹ ਇੱਕ ਸਾਧ ਸੰਗਤ ਜੀ ਧਿਆਨ ਲਾਉਣ ਦਾ ਤਰੀਕਾ ਹੈ। ਇੱਕ ਧਿਆਨ ਲਾਉਂਦੇ ਨੇ ਜਿਵੇਂ ਕਿਸੇ ਸ਼ਬਦ ਨੂੰ ਜਪਣਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਵਾਹਿਗੁਰੂ ਅੱਖਰ ਨੂੰ ਅੱਖਾਂ ਦੇ ਸਾਹਮਣੇ ਵੇਖਦੇ ਨੇ, ਜਾਂ ਅੱਖਾਂ ਬੰਦ ਕਰਕੇ ਵਾਹਿਗੁਰੂ ਦੇ ਅੱਖਰਾਂ ਨੂੰ ਵੇਖਣਾ। ਇਹ ਸਾਧ ਸੰਗਤ ਜੀ ਇੱਕ ਧਿਆਨ ਲਾਉਣ ਦਾ ਤਰੀਕਾ ਹੈ। ਇੱਕ ਧਿਆਨ ਲਾਉਂਦੇ ਨੇ ਜਿਵੇਂ ਤਰਾਟਕ ਸਾਧਦੇ ਨੇ ਅਤੇ ਉਹ ਕੀ ਕਰਦੇ ਨੇ, ਕੋਈ ਚਿੱਟੀ ਜਿਹੀ ਚੀਜ਼ ਜਿਹੜੀ ਹੈ ਉਹ ਸਾਹਮਣੇ ਰੱਖ ਲੈਂਦੇ ਨੇ। ਉਹ ਚਿੱਟੀ ਚੀਜ਼ ਨੂੰ ਵੇਖਦੇ ਰਹਿੰਦੇ ਨੇ, ਵੇਖਦੇ ਰਹਿੰਦੇ ਨੇ, ਵੇਖਦੇ ਰਹਿੰਦੇ ਨੇ। ਚੌਕੜਾ ਮਾਰ ਕੇ 8-8 ਘੰਟੇ, 10-10 ਘੰਟੇ, 15-15 ਘੰਟੇ ਚੌਕੜਾ ਲਾ ਕੇ ਅੱਖਾਂ ਖੋਲ੍ਹ ਕੇ ਵੇਖਦੇ ਰਹਿੰਦੇ ਨੇ। ਇੰਨਾ ਵੇਖਦੇ ਨੇ ਅਤੇ ਉਹਨਾਂ ਦਾ ਧਿਆਨ ਇੰਨਾ ਕੁ ਪਰਪੱਕ ਹੋ ਜਾਂਦਾ ਹੈ ਨਿਗਾਹ ਦੇ ਨਾਲ, ਅਤੇ ਉਹ ਚਿੱਟੀ ਚੀਜ਼ ਜਿਹੜੀ ਉਹ ਕਾਲੀ ਦਿਸਣ ਲੱਗ ਪੈਂਦੀ ਹੈ। ਜਦੋਂ ਪੂਰੀ ਕਾਲੀ ਦਿਸਣ ਲੱਗ ਪਵੇ ਫਿਰ ਉਹ ਕੀ ਕਰਦੇ ਨੇ, ਜਿਹੜੀ ਸਾਧ ਸੰਗਤ ਦੀ ਜੋਤ ਹੈ ਨਾ, ਘਿਓ ਦਾ ਦੀਆ ਜਗਾ ਕੇ ਜਾਂ ਕੈਂਡਲ ਜਗਾ ਕੇ ਉਹ ਜੋਤ ਨੂੰ ਵੇਖਦੇ ਰਹਿੰਦੇ ਨੇ, ਵੇਖਦੇ ਰਹਿੰਦੇ ਨੇ, ਵੇਖਦੇ ਰਹਿੰਦੇ ਨੇ, ਕਈ ਲੰਮਾ ਸਮਾਂ ਵੇਖਦੇ ਰਹਿੰਦੇ ਨੇ। ਉਦੋਂ ਫਿਰ ਉਹਨਾਂ ਦੀਆਂ
ਅੱਖਾਂ ਦੇ ਵਿੱਚ ਜਾਨ ਆ ਜਾਂਦੀ ਹੈ, ਧਿਆਨ ਉਹਨਾਂ ਦਾ ਬੜਾ ਪਰਪੱਕ ਹੋ ਜਾਂਦਾ ਹੈ। ਫਿਰ ਜਦੋਂ ਕੋਈ ਛੋਟੀ ਜਿਹੀ ਕੀੜੀ ਜਿਹੜੀ ਹੈ ਤੁਰਦੀ ਹੈ ਤੇ ਉਹਦੇ ਵੱਲ ਨਿਗਾਹ ਮਾਰਦੇ ਨੇ, ਉਹਦੇ ਵੱਲ ਧਿਆਨ ਲਾਉਂਦੇ ਨੇ, ਤੇ ਫਿਰ ਜੇ ਕੀੜੀ ਸੱਜੇ ਪਾਸੇ ਤੁਰੇ ਤੇ ਧਿਆਨ ਦੇ ਨਾਲ ਆਪਣੇ ਮਨ ਦਾ ਫੁਰਨਾ ਬਣਾਉਂਦੇ ਨੇ ਕਿ ਉਹ ਖੱਬੇ ਪਾਸੇ ਜਾਵੇ। ਫਿਰ ਉਹਨਾਂ ਦੇ ਧਿਆਨ ਵਿੱਚ ਇੰਨੀ ਤਾਕਤ ਹੁੰਦੀ ਹੈ, ਉਹ ਕੀੜੀ ਜਿਹੜੀ ਹੈ ਖੱਬੇ ਪਾਸੇ ਜਾਣ ਲੱਗ ਪੈਂਦੀ ਹੈ। ਇਸ ਤਰ੍ਹਾਂ ਜਿਹੜੇ ਬੰਦੇ ਹਿਪਨੋਟਾਈਜ਼ ਕਰਦੇ ਨੇ, ਨਿਗਾਹ ਨਾਲ ਨਿਗਾਹ ਵੇਖ ਕਰਕੇ ਅਗਲਿਆਂ ਨੂੰ ਆਪਣਾ ਬਣਾ ਲੈਂਦੇ ਨੇ, ਤੇ ਜਿਵੇਂ ਕਹਿੰਦੇ ਨੇ ਉਵੇਂ ਫਿਰ ਬੰਦੇ ਕਰਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਧਿਆਨ ਕਈ ਬੰਦੇ ਕਈ ਤਰ੍ਹਾਂ ਦਾ ਲਾਉਂਦੇ ਨੇ, ਪਰ ਸਭ ਤੋਂ ਸ੍ਰੇਸ਼ਟ ਧਿਆਨ ਜਿਹੜਾ ਹੈ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਜਿਹੜਾ ਸ਼ਬਦ ਸੁਰਤ ਦਾ ਧਿਆਨ ਲਾਉਣਾ ਸਭ ਤੋਂ ਸ੍ਰੇਸ਼ਟ ਧਿਆਨ ਹੈ। ਸਾਡੇ ਸਿੱਖ ਧਰਮ ਦੇ ਵਿੱਚ ਧਿਆਨ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਕਰਵਾ ਕਰਕੇ ਆਪਣੇ ਗਲਾਂ ਵਿੱਚ ਹਾਰ ਪਵਾਏ, ਤਿਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬਤ ਸ਼ਹੀਦਾਂ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਸ ਤਰ੍ਹਾਂ ਆਪਣੇ ਸ਼ਹੀਦਾਂ ਦਾ ਧਿਆਨ ਧਾਰਨਾ। ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਬਾਬਾ ਮਨੀ ਸਿੰਘ ਜੀ, ਸ਼ਹੀਦ ਭਾਈ ਤਾਰੂ ਸਿੰਘ ਜੀ, ਸ਼ਹੀਦ ਭਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ, ਇਸ ਤਰ੍ਹਾਂ ਆਪਣੇ ਸ਼ਹੀਦਾਂ ਦਾ ਧਿਆਨ ਧਾਰਨਾ। ਇਹ ਸਾਧ ਸੰਗਤ ਜੀ ਸਾਡੇ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਧਿਆਨ ਧਾਰਦੇ ਹਨ। ਲੋਚਨ ਧਿਆਨ ਲਿਵ ਕੰਚਨ ਔ ਲੋਹ ਕੀ। ਉਹਨਾਂ ਦੇ ਨੇਤਰਾਂ ਦੇ ਵਿੱਚ ਜਿਹੜੇ ਆਪਣੇ ਗੁਰੂ ਦਾ ਧਿਆਨ ਧਾਰਦੇ ਨੇ, ਉਹਨਾਂ ਦੇ ਵਾਸਤੇ ਸਾਧ ਸੰਗਤ ਜੀ ਕੀ ਸੋਨਾ ਤੇ ਕੀ ਮਿੱਟੀ। ਉਹ ਸੋਨਾ ਤੇ ਮਿੱਟੀ ਨੂੰ ਇੱਕ ਸਮਾਨ ਜਾਣਦੇ ਨੇ। ਸੋਨੇ ਵਿੱਚ ਤੇ ਲੋਹੇ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਜਾਣਦੇ। ਅੱਗੇ ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਨਾਸਕਾ ਸੁਗੰਧ ਬਿਰ ਗੰਧ ਸਮਸਾਰ ਤਾਕੈ, ਜਿਹਵਾ ਸਮਾਨ ਬਿਖ ਅੰਮ੍ਰਿਤ ਨ ਬੂਹ ਕੀ। ਕਹਿੰਦੇ ਨੱਕ ਦੇ ਨਾਲ ਸੁਗੰਧੀ ਤੇ ਦੁਰਗੰਧੀ ਉਹਨਾਂ ਦੇ ਵਾਸਤੇ ਇੱਕ ਸਮਾਨ ਹੈ। ਜ਼ਬਾਨ ਦੇ ਨਾਲ ਅੰਮ੍ਰਿਤ ਤੇ ਜ਼ਹਿਰ ਉਹਨਾਂ ਦੇ ਵਾਸਤੇ ਇੱਕ ਸਮਾਨ ਹੈ। ਜਿਹੜੇ ਗੁਰਮੁਖ ਨਾਮ ਸਿਮਰਨ ਕਰਦੇ ਨੇ, ਕਰ ਚਰ ਕਰਮ ਅਕਰਮ ਅਪਥ ਪਥ, ਕਿਰਤ ਬਿਰਤ ਸਮ ਉਕਤ ਨ ਦਰੋਹ ਕੀ। ਕਿਨੇ ਕਰ ਕਹਿੰਦੇ ਨੇ ਹੱਥ, ਚਰ ਕਹਿੰਦੇ ਨੇ ਚੱਲਣ ਵਾਲੇ ਪੈਰ, ਹੱਥ ਤੇ ਪੈਰ, ਕਰਮ ਤੇ ਅਕਰਮ, ਫਿਰ ਪਥ ਤੇ ਅਪਥ। ਇਹਨਾਂ ਸਾਰੀਆਂ ਚੀਜ਼ਾਂ ਤੋਂ, ਦਵੈਤ ਤੋਂ ਉਹ ਵੱਖਰੇ ਹੋ ਜਾਂਦੇ ਨੇ। ਕਿਰਤ ਬਿਰਤ ਸਮ ਉਕਤ ਨ ਦਰੋਹ ਕੀ। ਦਵੈਸ਼ ਵਾਲੀ ਉਹਨਾਂ ਦੀ ਬਿਰਤੀ ਨਹੀਂ ਬਣਦੀ, ਦਵੈਸ਼ ਵਾਲਾ ਉਹ ਕੋਈ ਕੰਮ ਨਹੀਂ ਕਰਦੇ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰਮੁਖ ਜਿਹੜੇ ਨੇ ਆਪਣਾ ਜੀਵਨ ਸਫਲਿਆਂ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕਰਕੇ ਇੱਥੇ ਸਾਧ ਸੰਗਤ ਜੀ ਇਸ ਸਵਈਏ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।